ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਜੀਵਨ ਦੀਆਂ ਘੜੀਆਂ ਨੂੰ ਆਪ ਜੀ ਸਫਲੀਆਂ ਬਣਾ ਰਹੇ ਹੋ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ। ਬੇਅੰਤ ਕਿਰਪਾ ਦੇ ਪਾਤਰ ਹੋ ਆਪ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਆਪ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਦੇ ਨੇ। ਆਓ ਅੱਜ ਦੇ ਇਸ ਸਮੇਂ ਨੂੰ ਗੁਰੂ ਪਿਆਰ ਵਿੱਚ ਭਿੱਜ ਕੇ ਸੁਹਾਵਣਾ ਬਣਾਈਏ। ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਜੀਵਨ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ। ਸਤਿਗੁਰਾਂ ਦੇ ਪਿਆਰੇ ਆਜੀਜ਼ ਸਿੱਖ ਭਾਈ ਮਰਦਾਨਾ ਜੀ ਜਦੋਂ ਕਾਮਰੂਪ ਦੇਸ਼ ਦੀਆਂ ਗਲੀਆਂ ਦੇ ਵਿੱਚ ਵਿਚਰ ਰਹੇ ਨੇ, ਇੱਕ ਐਸੇ ਸੰਘਣੇ ਬਾਜ਼ਾਰ ਵਿੱਚ ਆਏ ਜਿੱਥੇ ਕੁਝ ਔਰਤਾਂ ਸੋਹਣੇ ਸ਼ਿੰਗਾਰ ਕਰਕੇ ਹਰ ਮਨੁੱਖ ਵਿਅਕਤੀ ਨੂੰ ਭਰਮਾਉਂਦੀਆਂ ਨੇ। ਭੋਲੇਪਣ ਵਿੱਚ ਭਾਈ ਮਰਦਾਨਾ ਜੀ ਜਦੋਂ ਇਹਨਾਂ ਦੇ ਰਾਹ ਵਿੱਚੋਂ ਗੁਜ਼ਰੇ, ਚਾਰ ਔਰਤਾਂ ਆਪਣੇ ਪਲੰਘੇ ਤੋਂ ਉੱਠੀਆਂ ਨੇ। ਇੱਕ ਕਹਿੰਦੀ ਮੇਰਾ ਮਿੱਤਰ ਹੈ, ਦੂਜੀ ਆਖਦੀ ਮੇਰਾ ਪਿਆਰਾ ਹੈ, ਤੀਜੀ ਕਹਿੰਦੀ ਪਹਿਲਾਂ ਮੈਂ ਵੇਖਿਆ। ਜਦੋਂ ਤਿੰਨੇ ਆਪਸ ਵਿੱਚ ਲੜਨ ਲੱਗੀਆਂ, ਭਾਈ ਮਰਦਾਨਾ ਜੀ ਇੱਕਦਮ ਘਬਰਾ ਗਏ। ਮਨਾ ਮੇਰਿਆ ਤੂੰ ਕਿਹੜੀ ਥਾਵੇਂ ਆ ਗਏ, ਚੱਲ ਮੁੜ ਪਿੱਛੇ। ਭੱਜਣ ਵਾਸਤੇ ਪਿੱਛੇ ਪੈਰ ਪੁੱਟਿਆ। ਚੌਥੀ ਔਰਤ ਨੇ ਪਿੱਛੋਂ ਆ ਕੇ ਗਲ ਵਿੱਚ ਤਾਗਾ ਪਾ ਦਿੱਤਾ, ਮੰਤਰਾਂ ਦੇ ਨਾਲ ਕੀਲਿਆ, ਭੇਡੂ ਬਣਾ ਦਿੱਤਾ। ਗਲ ਵਿੱਚ ਪਾ ਕੇ ਰੱਸੀ ਕੀਲੇ ਨਾਲ ਬੰਨਿਆ ਹੋਇਆ, ਬੈਠ ਕੇ ਟਿਚਰਾਂ ਕਰਦੀਆਂ ਨੇ, ਮਖੌਲ ਕਰਦੀਆਂ ਨੇ। ਸਰੀਰ ਭਾਵੇਂ ਭੇਡਾਂ ਵਾਲਾ ਪਰ ਗੁਰੂ ਦਾ ਸੰਗ ਸਾਥ ਕਰਨ ਕਰਕੇ ਭਾਈ ਮਰਦਾਨਾ ਜੀ ਦਾ ਮਨ ਹਿਰਦਾ ਉਹੋ ਹੀ ਸੀ। ਆਪਣੀ ਕੀਤੀ ਤੇ ਪਛਤਾਉਂਦੇ ਨੇ, ਬੜਾ ਰੋਂਦੇ ਨੇ, ਰੱਸੀਆਂ ਨੂੰ ਤੋੜਨ ਦਾ ਯਤਨ ਕਰਦੇ ਨੇ। ਮਨ ਕਹਿੰਦਾ ਤੂੰ ਮਨੁੱਖ ਹੈ, ਪਰ ਸਰੀਰ ਕਹਿੰਦਾ ਤੂੰ ਭੇਡ ਹੈ। ਆਪਣੀ ਬੋਲੀ ਵਿੱਚ ਬੋਲਦੇ ਨੇ ਪਰ ਆਵਾਜ਼ ਪਸ਼ੂਆਂ ਵਾਲੀ ਆਉਂਦੀ ਹੈ। ਬੜੀ ਦੇਰ ਤੱਕ ਰੋਏ ਪਛਤਾਏ ਜਦੋਂ ਕਿਸੇ ਨੇ ਪੁਕਾਰ ਨਾ ਸੁਣੀ। ਆਪਣੇ ਆਪ ਨੂੰ ਉਲਾਂਭੇ ਦਿੱਤੇ। ਹੁਣ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮਹਾਰਾਜ ਚੰਗਾ ਹਾਂ ਜਾਂ ਮਾੜਾ ਹਾਂ ਪਰ ਤੇਰਾ ਹਾਂ। ਇਸ ਦੇਸ਼ ਵਿੱਚੋਂ ਮੈਨੂੰ ਕਿਹਨੇ ਬਚਾਉਣਾ ਹੈ? ਜੇ ਪਾਤਸ਼ਾਹ ਜੇ ਆਪਣੇ ਸੇਵਕ ਦੀ ਲਾਜ ਨਾ ਰੱਖੀ ਤੇ ਮੈਂ ਇੱਥੇ ਹੀ ਮਰ ਜਾਣਾ ਹੈ। ਘਰ ਦੇ ਖਿਆਲ ਆਉਂਦੇ ਆ, ਪਰਿਵਾਰ ਦੇ ਚੇਤੇ ਆਉਂਦੇ ਆ, ਫੁੱਟ ਫੁੱਟ ਰੋਂਦੇ ਨੇ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪ੍ਰੇਮ ਦੀ ਸਾਂਝ, ਆਸੀਸ ਬਖਸ਼ੋ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਹ ਬਿਦ ਉਰ ਮਹਿ ਧਾਰ ਕੈ, ਦਹ ਦਿਸ ਸੋ ਦ੍ਰਿਗ ਦੀਨ। ਆਵਨ ਗੁਰ ਕੋ ਹੇਰਈ, ਪ੍ਰੇਮ ਚਰਨ ਕੋ ਕੀਨਾ। ਭਾਈ ਬਾਲਾ ਜੀ ਸਤਿਗੁਰਾਂ ਦੀ ਇਹ ਪਾਵਨ ਵਾਰਤਾ
ਜੋ ਅੱਖੀ ਵੇਖੀ ਹੈ, ਹੱਡੀ ਹੰਡਾਈ ਹੈ। ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੁਣਾ ਰਹੇ ਨੇ, ਕਹਿੰਦੇ ਹਜ਼ੂਰ ਜਦੋਂ ਭਾਈ ਮਰਦਾਨਾ ਜੀ ਬੇਵੱਸ ਹੋ ਗਏ, ਨਜ਼ਰਾਂ ਭਰ ਭਰ ਕੇ ਰਾਹ ਵੱਲ ਵੇਖਦੇ ਆ, ਕੋਈ ਮੈਨੂੰ ਇੱਥੋਂ ਬੰਦ ਖਲਾਸੀ ਕਰਾ ਦੇ, ਮੇਰਾ ਖਹਿੜਾ ਛੁਡਾ ਦੇ। ਜਦੋਂ ਕੋਈ ਵੀ ਨਾ ਆਇਆ, ਫਿਰ ਉਸ ਡਾਢੇ ਰੱਬ ਅੱਗੇ ਅਰਦਾਸਾਂ ਹਿਰਦੇ ਤੋਂ ਕਰਦਾ, ਪਾਤਸ਼ਾਹ ਇਸ ਬੇਗਾਨੇ ਦੇਸ਼ ਵਿੱਚ ਮੇਰਾ ਤੁਹਾਡੇ ਬਿਨਾਂ ਕੌਣ ਹੈ? ਮੰਨਦਾ ਹਾਂ ਮੈਂ ਲੱਖ ਵਾਰ ਬੁਰਾ ਹੋਵਾਂਗਾ, 100 ਵਾਰ ਤੁਹਾਡਾ ਬਚਨ ਮੋੜਿਆ ਹੋਏਗਾ, ਪਰ ਸਾਹਿਬਾ ਚੰਗਾ ਹਾਂ ਮਾੜਾ ਹਾਂ, ਲਾਜ ਤੇ ਤੇਰੇ ਨਾਮ ਦੀ ਹੈ। ਜੇ ਅੱਜ ਤੁਸੀਂ ਨਾ ਆਏ, ਇਸ ਸੇਵਕ ਨੂੰ ਕੌਣ ਬਚਾਏਗਾ? ਮੰਨਿਆ ਮੈਂ ਗਲਤੀ ਕੀਤੀ ਹੈ, ਗੁਨਾਹ ਕੀਤਾ ਹੈ, ਤੁਹਾਡਾ ਬਚਨ ਟਾਲਿਆ ਹੈ, ਪਰ ਅੱਜ ਦੇਰ ਨਾ ਕਰੋ। ਇਸ ਦੇਰੀ ਨੇ ਮੇਰੀ ਜਾਨ ਲੈ ਲੈਣੀ ਹੈ, ਮੇਰੀ ਜ਼ਿੰਦਗੀ ਖੋ ਲੈਣੀ ਹੈ। ਸਤਿਗੁਰੂ ਮੈਂ ਤੇ ਆਇਆ ਸੀ ਦੇਸ਼ ਵਿਦੇਸ਼ ਘੁੰਮਣ ਵਾਸਤੇ, ਮੈਨੂੰ ਤੇ ਪਾਵੇ ਨਾਲ ਬੰਨ੍ਹ ਲਿਆ। ਮੈਂ ਇਹਨਾਂ ਸੋਹਣੇ ਦਿਸਣ ਵਾਲੇ ਲੋਕਾਂ ਦੇ ਚੁੰਗਲ ਵਿੱਚ ਫਸ ਗਿਆ, ਜਾਲ ਵਿੱਚ ਫਸ ਗਿਆ ਹਾਂ। ਹੁਣ ਤੇ ਮੇਰਾ ਕੋਈ ਹੀਲਾ ਨਹੀਂ ਹੈ। ਮੈਨੂੰ ਮਨੁੱਖ ਤੋਂ ਭੇਡ ਬਣਾਤਾ, ਛਤਰਾ ਬਣਾਤਾ। ਮੈਂ ਕਿਹਦੇ ਕੋਲ ਆਪਣਾ ਦੁੱਖ ਰੋਵਾਂ, ਕਿਹਦੇ ਕੋਲ ਪੁਕਾਰ ਕਰਾਂ? ਸਵਈਆ ਦੋਏ ਮਹੂਰਤ ਬੀਤ ਗਏ, ਜਬ ਸ਼੍ਰੀ ਗੁਰੂ ਬੈਨ ਕਹੇ ਸੁਨ ਬਾਲਾ। ਜਿਸ ਵੇਲੇ 2 ਮਹੂਰਤ 2 ਪਹਿਰ ਬੀਤ ਗਏ, ਭਾਵ 6 ਘੰਟਿਆਂ ਦਾ ਸਮਾਂ ਹੋ ਗਿਆ, ਭਾਈ ਮਰਦਾਨੇ ਦੀਆਂ ਅਰਦਾਸਾਂ ਗੁਰੂ ਸਾਹਿਬ ਤੱਕ ਪਹੁੰਚ ਰਹੀਆਂ ਨੇ। ਕੱਲਾ ਮਨੁੱਖ ਅਰਦਾਸ ਨਹੀਂ ਕਰਦਾ, ਸ੍ਰਿਸ਼ਟੀ ਵਿੱਚ ਜੀਵ ਜੰਤੂ ਪਸ਼ੂ ਪਕਸ਼ੀ, ਬਾਣੀ ਪੜ੍ਹ ਕੇ ਵੇਖੋ। ਇੱਥੇ ਤੇ ਤੰਦੂਏ ਨੇ ਹਾਥੀ ਨੂੰ ਗਰਸਿਆ, ਤੇ ਉਹ ਹਾਥੀ ਦੀ ਪੁਕਾਰ ਸੁਣ ਕੇ ਵੀ ਪਰਮਾਤਮਾ ਨੇ ਆ ਕੇ ਚੱਕਰ ਦੇ ਨਾਲ ਉਹਦੇ ਬੰਧਨ ਨੂੰ ਕੱਟਿਆ। ਰੱਬ ਸਭ ਦੀ ਸੁਣਦਾ ਹੈ, ਤੇ ਅਰਦਾਸ ਕਦੇ ਕਿਸੇ ਮਿੱਥੀ ਹੋਈ ਬੋਲੀ ਦਾ ਨਾਮ ਨਹੀਂ ਹੈ। ਵੀ 4 ਸ਼ਬਦ ਅਰਦਾਸ ਦੇ ਸਿੱਖੇ ਤੇ ਉਹਨੂੰ ਅਰਦਾਸ ਕਹਿੰਦੇ ਆ। ਮਰਿਆਦਾ ਇੱਕ ਅਲੱਗ ਵਿਸ਼ਾ ਹੈ, ਪਰ ਅਰਦਾਸ ਕਹਿੰਦੇ ਆ ਦਿਲ ਦੀ ਪੁਕਾਰ। ਦੁਖੀ ਬੰਦਾ ਕਿਸੇ ਬੋਲੀ ਦਾ ਮੁਤਾਜ ਨਹੀਂ ਹੁੰਦਾ। ਕੋਈ ਜ਼ੁਬਾਨ ਕਰਕੇ ਗੂੰਗਾ ਹੋਵੇ, ਬੋਲਿਆ ਨਾ ਜਾਂਦਾ ਹੋਵੇ, ਭਾਵੇਂ ਅਜੀਬ ਪੰਛੀ ਨੇ, ਪਰ ਦਿਲ ਦਾ ਦਰਦ ਤੇ ਹਰ ਕੋਈ ਆਪਣਾ ਦੱਸਦਾ ਨਾ। ਕਿਸੇ ਨੂੰ ਸਮਝ ਆਵੇ ਨਾ ਆਵੇ, ਉਹ ਪਰਮਾਤਮਾ ਵਾਹਿਗੁਰੂ ਸਭ ਦੀ ਸੁਣਦਾ ਹੈ। ਹੁਣ ਇਸ ਸਰੂਪ ਦੇ ਵਿੱਚ ਜਿੱਥੇ ਭਾਈ ਮਰਦਾਨਾ ਜੀ ਨੇ, ਕੋਈ ਬੰਦਾ ਵੀ ਸਮਝ ਨਹੀਂ ਸਕਦਾ ਇਸ਼ਾਰਾ। ਕਹਿੰਦੇ ਮਹਾਰਾਜ ਐਡਾ ਲੰਬਾ ਸਮਾਂ ਹੋ ਗਿਆ, ਭੁੱਖ ਪਿਆਸ ਉਸੇ ਤਰ੍ਹਾਂ ਬਰਕਰਾਰ ਹੈ, ਨਰਕ ਜ਼ਿੰਦਗੀ ਹੋ ਗਈ ਮੇਰੀ। ਇੱਥੋਂ ਇੱਕ ਵਾਰ ਛਡਾ ਦਿਓ, ਫੇਰ ਭਾਵੇਂ ਮੈਨੂੰ ਮੌਤ ਦੇ ਦਿਓ, ਪਰ ਇੱਕ ਵਾਰ ਬਚਾ ਲਓ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਸੂਰਜ ਢਲਦਾ ਜਾਂਦਾ ਹੈ, 2 ਪਹਿਰਾਂ ਦਾ ਸਮਾਂ ਬਤੀਤ ਹੋ ਗਿਆ ਹੈ। ਭਾਈ ਮਰਦਾਨਾ ਬਾਜ਼ਾਰ ਵਿੱਚ ਗਿਆ, ਅਜੇ ਤੱਕ ਨਹੀਂ ਆਇਆ। ਅੰਤਰਜਾਮੀ ਸਾਹਿਬ ਸਭ ਕੁਝ ਜਾਣਦੇ ਹਨ। ਆਨਹਿ ਤਾਹੇ ਅਬੈ ਚੱਲ ਕੈ, ਉਠ ਠਾਂਡ ਭੈ ਸੁਖ ਦਾ ਤਤਕਾਲਾ। ਹੁਣ ਭਾਈ ਮਰਦਾਨੇ ਦੀਆਂ ਪੁਕਾਰਾਂ ਤੇ ਰੋ ਰੋ ਕੇ ਆ ਰਹੀਆਂ ਨੇ। ਅਰਦਾਸਾਂ ਅੰਦਰੋਂ ਕਰਦਾ ਦਿਲ ਤੋਂ ਦੁਖੀ ਹੋ ਕੇ। ਉਹ ਸੱਜਣ ਨਹੀਂ ਹੁੰਦਾ, ਜਿਹਦਾ ਸੱਜਣ ਦੁਖੀ ਹੋਵੇ ਤੇ ਆਖੇ ਮੈਂ ਮਿੱਤਰ ਹਾਂ। ਨਹੀਂ, ਪਿਆਰੇ ਦੀ ਭੁੱਖ ਵੇਖ, ਰੋਟੀ ਅੰਦਰ ਨਹੀਂ ਲੰਘਦੀ। ਸੱਜਣ ਦਾ ਦੁੱਖ ਵੇਖ, ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਇੱਕਦਮ ਉੱਠੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ। ਭਾਈ ਬਾਲਾ ਜੀ ਕਹਿੰਦੇ ਪਾਤਸ਼ਾਹ ਕੀ ਹੋ ਗਿਆ? ਇੱਦਾਂ ਉੱਠੇ ਜਿਵੇਂ ਕਿਸੇ ਨੇ ਸਰੀਰ ਨੂੰ ਤਸੀਹਾ ਦਿੱਤਾ ਹੋਵੇ, ਦੁੱਖ ਦਿੱਤਾ ਹੋਵੇ। ਗੁਰੂ ਸਾਹਿਬ ਉਸ ਰੁੱਖ ਦੇ ਥੱਲੇ ਟਹਿਲਣ ਲੱਗ ਪਏ। ਵੇਖੋ ਪਰਮਾਤਮਾ ਆਪਣੇ ਪਿਆਰਿਆਂ ਦਾ, ਆਪਣੇ ਸੱਜਣਾਂ ਦਾ ਦੁੱਖ ਨਹੀਂ ਸਹਾਰ ਸਕਦਾ। ਇਹ ਰੱਬ ਦੀ ਕਮਜ਼ੋਰੀ ਹੈ। ਜਦ ਜਦ ਉਹਦੇ ਭਗਤਾਂ ਤੇ ਕੋਈ ਅਤਿਆਚਾਰ ਹੁੰਦਾ ਹੈ, ਦੁੱਖ ਹੁੰਦਾ ਹੈ, ਉਹ ਤੋਂ ਨਹੀਂ ਰਿਹਾ ਜਾਂਦਾ। ਫਿਰ ਬਾਣੀ ਨੇ ਲਿਖਿਆ, ਜਹ ਜਹ ਤੇਰੇ ਭਗਤ ਦੁਖਾਏ, ਤਤਕਾਲ ਤੁਮ ਮਾਰਾ। ਜਦ ਕੋਈ ਤੇਰੇ ਪਿਆਰਿਆਂ ਦੇ ਵਿਰੁੱਧ ਬੋਲਿਆ, ਜਦ ਕੋਈ ਤੇਰੇ ਪਿਆਰਿਆਂ ਨੂੰ ਦੁੱਖ ਦਿੰਦਾ ਸੀ, ਤੂੰ ਬੰਦੇ ਦੀ ਜਾਤ, ਉਹਦਾ ਰਾਜ ਭਾਗ ਨਹੀਂ ਵੇਖਿਆ, ਪਲਾਂ 'ਚ ਝਟਕਾ ਕੇ ਰੱਖਤਾ। ਗੁਰੂ ਸਾਹਿਬ ਬੜੇ ਆਨੰਦ 'ਚ ਬੈਠੇ ਸੀ ਭਾਈ ਬਾਲਾ ਜੀ ਦੇ ਸਮੇਤ ਰੁੱਖ ਦੀ ਛਾਵੇਂ, ਪਰ ਇੱਕਦਮ ਤਰਬਕ ਕੇ ਉੱਠੇ ਨੇ, ਜਿਵੇਂ ਕੋਈ ਸੁਪਨੇ 'ਚ ਡਰ ਕੇ ਉੱਠਿਆ ਹੋਵੇ।
ਉੱਠ ਕੇ ਸਤਿਗੁਰ ਬੇਚੈਨ ਹੋ ਗਏ। ਭਾਈ ਬਾਲਾ ਜੀ ਪੁੱਛਦੇ ਨੇ, ਮਹਾਰਾਜ ਕੀ ਹੋਇਆ? ਗੁਰੂ ਸਾਹਿਬ ਨੇ ਕੋਈ ਜਵਾਬ ਦਿੱਤਾ ਨਾ। ਹੈ ਕਿਹ ਥਾਨ ਚੱਲੇ ਕਿਵ ਆਪ, ਬਤਾਵੋ ਬੁਝੇ ਬੈ ਐਸ ਕਿਰਪਾਲਾ। ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ, ਕਹਿੰਦੇ ਮੈਂ ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਕੀ? ਗੁਰੂ ਸਾਹਿਬ ਨੇ ਜਵਾਬ ਨਾ ਦਿੱਤਾ, ਇੱਕਦਮ ਤੁਰ ਪਏ ਨੰਗੇ ਪੈਰ। ਮੈਂ ਅੱਗੇ ਹੋ ਕੇ ਪੁੱਛਿਆ, ਪਾਤਸ਼ਾਹ ਇਹੋ ਜਿਹਾ ਕੀ ਹੋ ਗਿਆ? ਬਿਨਾਂ ਦੱਸੇ ਜਾ ਰਹੇ ਹੋ, ਦੌੜੇ ਜਾ ਰਹੇ ਹੋ, ਕੀ ਮੁਸੀਬਤ ਬਣ ਗਈ ਹੈ? ਗੁਰੂ ਸਾਹਿਬ ਕਹਿੰਦੇ, ਬਾਲਿਆ ਮਰਦਾਨਾ ਕਿੱਥੇ ਹੈ? ਭਾਈ ਬਾਲਾ ਜੀ ਕਹਿੰਦੇ, ਮੈਂ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜਾ ਅਸਚਰਜ ਹੋਇਆ, ਬੜਾ ਹੈਰਾਨ ਹੋਇਆ। ਰੱਬਾ ਤੈਨੂੰ ਫਿਕਰ ਹੈ, ਪਰ ਉਹਨੂੰ ਤੇ ਹੈ ਨਹੀਂ ਨਾ। ਉਹ ਤੇ ਕਦੋਂ ਦਾ ਗਿਆ? ਟਹਿਲਣ ਵਾਸਤੇ, ਘੁੰਮਣ ਵਾਸਤੇ। ਸੁਭਾਵਿਕ ਗੱਲ ਆ, ਆਪਾਂ ਕਿਤੇ ਦੂਰ ਯਾਤਰਾ ਤੇ ਜਾਈਏ, ਸਾਰੀ ਸੰਗਤ ਜਾਣ ਵਾਸਤੇ ਤਿਆਰ ਆ, ਤੇ ਇੱਕ ਮੇਰੇ ਵਰਗਾ ਬਾਜ਼ਾਰਾਂ 'ਚ ਘੁੰਮਦਾ ਫਿਰਦਾ, ਤੇ ਆਪਾਂ ਤੋਂ ਕੀ ਕਹਿੰਦੇ ਆ? ਛੱਡ ਜਾਓ ਯਾਰ, ਇੱਕ ਅੱਧੇ ਨੂੰ ਅਕਲ ਆ ਜਾਊਗੀ ਅੱਗੋਂ, ਛੱਡ ਜਾਓ ਇਹਨੂੰ। ਜਦੋਂ ਚੜ੍ਹ ਕੇ ਬੱਸ ਆਊ, ਤੁਰ ਕੇ ਕੱਲਾ ਆਊ, ਇਹਨੂੰ ਆਪੇ ਪਤਾ ਲੱਗਣਾ ਹੈ ਵੀ ਸੰਗ ਸਾਥ ਕਿਵੇਂ ਰੱਖੀਦਾ। ਭਾਈ ਬਾਲਾ ਜੀ ਕਹਿੰਦੇ, ਮੈਨੂੰ ਤੇ ਖਿੱਚ ਚੜੀ ਹੋਈ ਸੀ ਵੀ ਅਸੀਂ ਇੱਥੇ ਬੈਠੇ ਆ, ਤੈਨੂੰ ਘੁੰਮਣ ਦੀ ਜ਼ਿਆਦਾ ਕਾਹਲੀ ਹੈ ਵੀ ਗੁਰੂ ਸਾਹਿਬ ਦੇ ਹੁਕਮ ਦੀ ਅਦੂਲੀ ਕਰਦਾ ਹੈ। ਹਾਂ ਸਤਿਗੁਰ ਜਾਣ ਤੇ ਤੂੰ ਨਾਲ ਜਾਵੇਂ। ਕਹਿੰਦੇ ਮੈਂ ਤੇ ਇਸ ਕਰਕੇ ਉੱਠਿਆ ਹੀ ਨਾ। ਮੈਂ ਕਿਹਾ ਮਹਾਰਾਜ ਰਹਿਣ ਦਿਓ, ਕਿੱਥੇ ਚੱਲੇ ਹੋ? ਪਾਤਸ਼ਾਹ ਕਹਿੰਦੇ ਅਜੇ ਤੱਕ ਨਹੀਂ ਪਤਾ ਲੱਗਿਆ ਮਰਦਾਨਾ ਕਿੱਥੇ ਹੈ। ਜਾਣਦੇ ਸਭ ਕੁਝ ਨੇ, ਇੱਕ ਕਲਾ ਵਰਤਾਉਂਦੇ ਨੇ। ਏਂਡਕ ਕੀਨ ਭਇਓ ਮਨ ਦੀਨ, ਕੁਮੰਤਰਨ ਸੋ ਤਿਨ ਬੰਧਨ ਘਾਲਾ। ਜਦੋਂ ਮੈਂ ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਮਰਦਾਨਾ ਹੈ ਕਿੱਥੇ ਹੈ? ਗੁਰੂ ਸਾਹਿਬ ਕਹਿੰਦੇ ਉਹ ਅਰਦਾਸਾਂ ਕਰਦਾ ਕਿਸੇ ਤਕਲੀਫ ਵਿੱਚ ਹੈ। ਬਾਲਿਆ ਉਹਦੀਆਂ ਪੁਕਾਰਾਂ ਮੇਰੇ ਕੰਨੀ ਪੈਂਦੀਆਂ ਨੇ, ਉਹ ਚੀਕਾਂ ਮਾਰਦਾ, ਰੋਂਦਾ, ਤੜਫਦਾ ਏ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉਹਨੂੰ ਕੀ ਹੋ ਗਿਆ? ਚੰਗਾ ਭਲਾ ਤੇ ਗਿਆ ਸੀ, ਉਹ ਤੇ ਸਵਾਦ ਵੇਖਦਾ ਫਿਰਦਾ ਹੋਣਾ ਭੋਜਨਾਂ ਦੇ ਵੀ ਕਿਹੜੀ ਮਠਿਆਈ ਚੰਗੀ ਹੈ ਤੇ ਕਿਹੜੀ ਮਾੜੀ ਹੈ। ਸਤਿਗੁਰ ਕਹਿੰਦੇ ਨਹੀਂ, ਉਹਦੇ ਗਲ ਵਿੱਚ ਕਿਸੇ ਨੇ ਜੰਤਰਾਂ ਮੰਤਰਾਂ ਦੀ ਡੋਰ ਪਾਈ ਹੈ। ਗਿਆ ਸੀ ਕਿਸੇ ਦੇ ਘਰ ਭੋਜਨ ਛਕਣ, ਮਰਾਸੀਆਂ ਵਾਲਾ ਕੰਮ ਸੀ, ਮੰਗਣ ਤਰਕ ਪਿਆ, ਜੇਬ 'ਚ ਮਾਇਆ ਹੁੰਦਿਆਂ ਵੀ। ਗੁਰੂ ਨਾਨਕ ਸਾਹਿਬ ਕਹਿੰਦੇ ਕਿਸੇ ਨੇ ਮੇਢਾ ਬਣਾ ਲਿਆ, ਭੇਡੂ ਬਣਾ ਲਿਆ। ਭੇਡੂ ਬਣਾ ਕੇ ਗਲ ਵਿੱਚ ਰੱਸੀ ਪਾ ਕੇ ਕੀਲੇ ਨਾਲ ਬੱਧਿਆ ਹੋਇਆ। ਜਿਸ ਕੀਲੇ ਨਾਲ ਭਾਈ ਮਰਦਾਨਾ ਬੰਨਿਆ, ਉੱਥੇ ਕੱਲਾ ਮਰਦਾਨਾ ਨਹੀਂ ਹੈ, 20-30 ਭੇਡੂ ਹੋਰ ਖੜੇ ਆ। ਪਛਾਨਣਾ ਵੀ ਔਖਾ ਹੈ, ਕਿਉਂਕਿ ਉਹ ਜਿਹੜਾ ਵੀ ਮਰਦ ਪਰਦੇਸੀ ਆਉਂਦਾ ਹੈ, ਗਲ ਵਿੱਚ ਤਾਂਤਰਿਕ ਦਾ ਧਾਗਾ ਪਾ ਦਿੰਦੀਆਂ ਨੇ, ਵਿਸ਼ੇ ਵਿਕਾਰ ਭੋਗਦੀਆਂ ਨੇ, ਪਾਪ ਕਮਾਉਂਦੀਆਂ ਨੇ। ਹੁਣ ਜਦੋਂ ਇਹ ਸਭ ਕੁਝ ਸੁਣਿਆ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਦੇ ਬਚਨ ਸੁਣ ਕੇ ਮੈਨੂੰ ਤਰਸ ਨਹੀਂ ਆਇਆ, ਮੈਨੂੰ ਖਿਝ ਉੱਠੀ ਹੈ। ਕਿਉਂ ਉੱਠੀ? ਵੀ ਮੈਂ ਤੇ ਬਾਰ-ਬਾਰ ਰੋਕਿਆ ਸੀ, ਰਹਿਣ ਦੇ ਮਰਦਾਨਿਆਂ, ਕਿਉਂ ਕਾਹਲੀ ਕਰਦਾ ਹੈ? ਪਾਤਸ਼ਾਹ ਉਹਨੇ ਕਿਹੜਾ ਸਾਡਾ ਬਚਨ ਮੰਨਿਆ ਏ? ਮਰ ਹਰੀ ਛੰਦ ਭਨ ਹੀ ਬਚ ਬਾਲਾ, ਇਉਂ ਤਿਉਂ ਨਾਲਾ ਚਾਹੀਏ ਸੁਨੋ ਕਿਰਪਾਲ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੱਲ ਬਾਲਿਆ ਉੱਠ, ਤੂੰ ਦੇਰੀ ਕਿਉਂ ਕਰਦਾ? ਮੈਂ ਕਿਹਾ ਮਹਾਰਾਜ ਇਹੋ ਜਿਹੀ ਦੀਆਂ ਪੁਕਾਰਾਂ ਨਹੀਂ ਸੁਣੀ ਦੀਆਂ ਜਿਹਨੇ ਸਾਡੀ ਨਹੀਂ ਸੁਣੀ। ਇਹ ਚੋਜ ਨੇ ਗੁਰੂ ਸਾਹਿਬ ਦੇ, ਜੋ ਭਾਈ ਬਾਲਾ ਜੀ ਵੀ ਵਰਤਾ ਰਹੇ ਆ। ਮੈਂ ਕਿਹਾ ਮਹਾਰਾਜ ਰਹਿਣ ਦਿਓ, ਸੇਕ ਲੱਗਣ ਦਿਓ ਥੋੜਾ ਜਿਹਾ, ਪਤਾ ਤੇ ਲੱਗੇ ਨਾ ਵੀ ਮੈਂ ਗੁਰੂ ਸਾਹਿਬ ਦਾ ਬਚਨ ਮੋੜ ਕੇ ਆਇਆ, ਵੱਡਿਆਂ ਦਾ ਬਚਨ ਮੰਨਿਆ ਨਹੀਂ, ਦੁੱਖ ਕਿੰਨੇ ਆ। ਸਤਿਗੁਰ ਕਹਿੰਦੇ ਬਾਲਿਆ ਹੁਣ ਬਦਲੇ ਲੈਣ ਦਾ ਸਮਾਂ ਨਹੀਂ ਹੈ, ਬੜੀ ਭੀੜ ਵਿੱਚ ਹੈ, ਬੜੀ ਮੁਸੀਬਤ ਵਿੱਚ ਹੈ, ਕੋਈ ਨੁਕਸਾਨ ਹੋ ਜਾਏਗਾ। ਤਬ ਤੁਮਨੇ ਹਟਕਿਓ ਮਨ ਨਾ ਅਟਕਿਓ, ਸਟਕਿਓ ਪੁਰ ਤਤਕਾਲ। ਭਾਈ ਬਾਲੇ ਨੇ ਉਸ ਵੇਲੇ ਸਤਿਗੁਰਾਂ ਦਾ ਅੱਗਾ ਰੋਕਿਆ, ਰਾਹ ਰੋਕਿਆ। ਕਹਿੰਦਾ ਮੈਂ ਦੋਨੋਂ ਹੱਥ ਕਰਕੇ ਰੋਕਿਆ, ਪਾਤਸ਼ਾਹ ਰੁਕ ਜਾਓ, ਜਿਸ ਪਿੱਛੇ ਤੁਸੀਂ ਦੌੜੇ ਜਾ ਰਹੇ ਹੋ, ਤੁਸੀਂ 3 ਵਾਰ ਉਹਨੂੰ ਰੋਕਿਆ ਏ, 3 ਵਾਰ ਮਨਾ ਕੀਤਾ ਹੈ, ਉਹਨੇ ਤੇ ਇੱਕ ਵਾਰ ਵੀ ਤੁਹਾਡੀ ਨਹੀਂ ਸੁਣੀ। ਉਹ ਤੇ ਟਿੱਚ ਸਮਝ ਕੇ ਗਿਆ। ਕਹਿੰਦਾ ਬਾਬਾ ਤੁਸੀਂ ਜਾਣ ਜਾਣ ਕੇ ਮੈਨੂੰ ਡਰਾਉਣੇ ਹੋ ਵੀ ਐਡਾ ਸੋਹਣਾ ਸ਼ਹਿਰ ਹੈ, ਇੰਨੇ ਸੋਹਣੇ ਲੋਕ ਨੇ। ਮਰਜ ਫਿਰ ਸੋਹਣੇ ਲੋਕਾਂ ਦੇ ਹੁਣ ਚਸਕੇ ਤੇ ਵੇਖ ਲਵੇ, ਨਜ਼ਾਰੇ ਤੇ ਵੇਖ ਲਵੇ ਨਾ, ਵੀ ਜਿਹੜੇ ਚੰਗੇ ਚੰਗੇ ਲੋਕ ਦਿਸਦੇ ਸੀ, ਸੋਹਣੇ ਸੋਹਣੇ ਦਿਸਦੇ ਸੀ, ਉਹਨਾਂ ਕੀਤਾ ਕੀ ਕੁਛ ਹੈ। ਜਾਵੇ ਤੇ ਸਹੀ, ਰਵੇ ਤੇ ਸਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੇਰਾ ਹੱਥ ਫੜ ਕੇ ਆਖਿਆ ਨਹੀਂ ਬਾਲਿਆ, ਇਹ ਸਮਾਂ ਨਹੀਂ ਹੈ, ਦੁੱਖ ਗਿਲੇ ਉਹਨੂੰ ਕੋਲ ਬਿਠਾ ਕੇ ਕਰ ਲਾਂਗੇ, ਪਰ ਅੱਜ ਸਾਡਾ ਮਿੱਤਰ ਹੈ, ਉਹਦੇ ਤੇ ਭੀੜ ਬਣੀ ਹੈ। ਜੇ ਅਸੀਂ ਇਸ ਵੇਲੇ ਬਹਿ ਕੇ
ਗੱਲਾਂ ਕਰਾਂਗੇ ਨਾ ਵੀ ਕੋਈ ਨਹੀਂ ਵੇਖ ਲੈਣ ਦਿਓ, ਗੁਰੂ ਸਾਹਿਬ ਕਹਿੰਦੇ ਮਿੱਤਰਤਾ ਨਹੀਂ ਹੈ ਬਾਲਿਆ। ਭਾਈ ਬਾਲਾ ਜੀ ਕਹਿੰਦੇ ਮੈਂ ਕਦੇ ਭਾਈ ਮਰਦਾਨੇ ਦਾ ਬੁਰਾ ਨਹੀਂ ਸੀ ਮੰਗਦਾ, ਮੈਂ ਤੇ ਪਿਆਰ ਹੀ ਬੜਾ ਕਰਦਾ ਸੀ। ਮੈਨੂੰ ਵੱਡੇ ਭਰਾ ਦੇ ਨਾਤੇ ਗੁੱਸਾ ਸੀ ਵੀ ਮਾੜਾ ਮੋਟਾ ਪਤਾ ਤੇ ਲੱਗੇ ਵੀ ਵੱਡਿਆਂ ਦਾ ਆਦਰ ਕਿਵੇਂ ਕਰੀਦਾ ਕਿਵੇਂ ਨਹੀਂ ਕਰੀਦਾ। ਵੀ ਪ੍ਰਦੇਸ਼ ਵਿੱਚ ਜਾ ਕੇ ਇਕੱਲੇ ਘੁੰਮੀਦਾ, ਜਦੋਂ ਨਾਲ ਆਇਆ ਤੇ ਨਾਲ ਰਹੇ। ਗੁਰੂ ਸਾਹਿਬ ਚੱਲੇ ਤੇ ਕਹਿੰਦੇ ਪਿੱਛੇ ਪਿੱਛੇ ਮੈਂ ਦੌੜਿਆ ਜਾਵਾਂ, ਸਤਿਗੁਰ ਰੋਕ ਨਹੀਂ ਰਹੇ। ਗੁਰੂ ਸਾਹਿਬ ਕਹਿੰਦੇ ਬਾਈ ਉਹ ਬਹੁਤ ਦੁੱਖ ਵਿੱਚ ਹੈ, ਤਕਲੀਫ 'ਚ ਹੈ। ਬਾਲਿਆ ਉਹ ਭੁੱਖਾ ਪਿਆਸਾ ਸੀ, 6 ਘੰਟੇ ਹੋਰ ਬਤੀਤ ਹੋ ਗਏ, ਜਿਨ੍ਹਾਂ ਦੇ ਵਾਸੇ ਉਹ ਪੈ ਗਿਆ ਏ ਉਹ ਕਿਸੇ ਨੂੰ ਵੀ ਨਹੀਂ ਬਖਸ਼ਦੇ। ਉਹ ਆਪਣੇ ਤੇ ਵੀ ਸਭ ਕੁਝ ਕਰਨਗੇ। ਚੱਲ ਚੱਲੀਏ ਉਹਦੀ ਮਦਦ ਕਰੀਏ। को चिर दुख दीजै मोख ना कीजै जान है तब मन माहे। ਭਾਈ ਬਾਲਾ ਕਹਿੰਦਾ ਮਰਜ ਮੈਂ ਇਹ ਨਹੀਂ ਆਖਦਾ ਵੀ ਤੁਸੀਂ ਉਹਨੂੰ ਛਡਾਉਣਾ ਨਹੀਂ, ਛਡਾ ਦਿਓ, ਪਰ ਜੇ 6 ਘੰਟੇ ਲੰਘ ਗਏ 3 ਘੰਟੇ ਹੋਰ ਸਹੀ। ਲਟਕੇ ਥੋੜਾ ਜਾ, ਤੜਫੇ ਥੋੜਾ ਜਾ, ਰੋਵੇ ਭਟਕੇ ਥੋੜਾ ਜਾ। ਜਦੋਂ ਇੰਨਾ ਕੁਝ ਬਰਦਾਸ਼ਤ ਹੋਏਗਾ ਫਿਰ ਉਹ ਆਪ ਆਖੂ ਤੁਸੀਂ ਭੇਜੋਗੇ, ਉਹਨੇ ਕਹਿਣਾ ਮੈਂ ਜਾਣਾ ਹੀ ਨਹੀਂ ਕਿਤੇ। ਗੁਰੂ ਸਾਹਿਬ ਨੂੰ ਭਾਈ ਬਾਲਾ ਜੀ ਕਹਿੰਦੇ ਮਰਜ ਥੋੜੇ ਜਿਹੇ ਝਟਕੇ ਵਿਖਾ ਦਈਏ ਆਪਾਂ ਉਹਨੂੰ ਥੋੜਾ ਜਾ, ਕਿਉਂਕਿ ਜੇ ਤੁਸੀਂ ਹੁਣ ਜਾਓਗੇ ਉਹਨੂੰ ਇਹ ਹੋ ਜਾਣਾ ਹੈ ਵੀ ਮੈਂ ਜਿੱਥੇ ਵੀ ਫਸ ਜਾਣਾ ਮੈਨੂੰ ਗੁਰੂ ਸਾਹਿਬ ਬਚਾ ਲੈਂਦੇ ਆ। ਇੱਕ ਸਪੋਰਟ ਆ ਨਾ, ਬੱਚਾ ਘਰੇ ਗਲਤੀ ਕਰਕੇ ਆਵੇ ਤੇ ਮਾਪੇ ਉਸ ਬੱਚੇ ਨੂੰ ਝਿੜਕਣ ਨਾ, ਡਾਂਟਣ ਨਾ, ਤੇ ਸਗੋਂ ਜਿਹੜਾ ਸ਼ਿਕਾਇਤ ਕਰਦਾ ਜਿਹਦੇ ਨਾਲ ਉਹਨੇ ਵਾਧਾ ਘੱਟ ਕੀਤਾ ਉਹਨੂੰ ਝਿੜਕੇ ਤੇ ਬੱਚੇ ਨੂੰ ਸ਼ਹਿ ਹੋ ਜਾਂਦੀ। ਉਹ ਅੱਜ ਛੋਟੀ ਜੀ ਗੱਲ ਹੈ, ਕੱਲ ਕਿਸੇ ਦਾ ਸਿਰ ਪਾੜ ਕੇ ਆਊ। ਉਹਨੂੰ ਪਤਾ ਹੈ ਵੀ ਮੈਂ ਜੋ ਮਰਜ਼ੀ ਕਰਾਂ ਮੇਰੇ ਮਾਪੇ ਮੇਰੇ ਵੱਡੇ ਮੈਨੂੰ ਝਿੜਕ ਨਹੀਂ ਸਕਦੇ। ਫਿਰ ਇੱਕ ਦਿਨ ਇਹ ਛੋਟੀਆਂ ਛੋਟੀਆਂ ਗੱਲਾਂ ਵੱਡੀਆਂ ਵੱਡੀਆਂ ਹਾਦਸੇ ਦੀਆਂ ਬਾਤਾਂ ਬਣ ਜਾਂਦੀਆਂ ਨੇ। ਹੁਣ ਭਾਈ ਮਰਦਾਨਾ ਜਿਹਦੇ ਪਰਥਾਏ ਬਾਲਾ ਜੀ ਆਖਦੇ ਆ ਮਹਾਰਾਜ ਅੱਜ ਤੇ ਛੋਟੀ ਜੀ ਗੱਲ ਹੈ, ਚਲੋ ਉਹਨੂੰ ਕਿਸੇ ਨੇ ਕਾਬੂ ਕੀਤਾ, ਕੱਲ੍ਹ ਨੂੰ ਕੁਝ ਹੋਰ ਕਰ ਆਊਗਾ। ਡਰ ਤੇ ਹੋਵੇ ਨਾ ਅੰਦਰ, ਸਹਿਮ ਤੇ ਹੋਵੇ। ਜੇ ਅੱਜ ਆਪ ਬਚਾ ਲਓਗੇ ਹਰ ਵਾਰ ਬਚਾਉਣਾ ਪੈਣਾ ਹੈ। ਉਹਨੇ ਬਦਲਣਾ ਨਹੀਂ, ਉਹਨੇ ਸੁਧਰਨਾ ਨਹੀਂ। बहुर न बच हो रह कहो सूलोर है आए से मुखी ताहे। ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਬਾਲਿਆ ਅਸੀਂ ਤੇਰੀ ਗੱਲ ਨਾਲ ਸਹਿਮਤ ਹਾਂ, ਦੁਖੀ ਦਾ ਦਰਦ ਸਾਥੋਂ ਨਹੀਂ ਵੇਖਿਆ ਜਾਂਦਾ, ਪਰ ਉਹ ਨਾਲ ਆਇਆ ਸਾਡੇ, ਉਹਦੀ ਲਾਜ ਰੱਖਣੀ ਸਾਡਾ ਫਰਜ਼ ਹੈ। ਉਹ ਚੰਗਾ ਹੈ ਮਾੜਾ ਹੈ ਤੇ ਸਾਡਾ ਨਾ। ਗੁਰੂ ਨਾਨਕ ਸਾਹਿਬ ਦੀ ਰਸਨਾ ਦੇ ਬਚਨ ਨੇ, ਜਿਹਨੂੰ ਆਪਣਾ ਕਿਹਾ ਹੁਣ ਬੇਗਾਨਾ ਕਿਹਾ ਨਹੀਂ ਜਾਂਦਾ। ਉਹ ਆਪਣਾ ਕਾਹਦਾ ਜਿਹਦੇ ਤੇ ਤੁਸੀਂ ਤਸੀਹੇ ਢਾਓ, ਦੁੱਖ ਦਿਓ, ਪਰਖੋ, ਕਸਵੱਟੀਆਂ ਲਾਓ। ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਵਾਲਿਆ ਛੱਡ ਇਹਨਾਂ ਗੱਲਾਂ ਨੂੰ, ਜਦ ਭਾਈ ਮਰਦਾਨਾ ਤੇਰੇ ਸਾਹਮਣੇ ਹੋਊ ਜੋ ਮਰਜ਼ੀ ਕਰ ਲਈ, ਪਰ ਇਸ ਵੇਲੇ ਉਹ ਬੇਗਾਨੀ ਗ੍ਰਿਫਤ ਵਿੱਚ ਹੈ, ਗੁਲਾਮੀ ਵਿੱਚ ਹੈ। ਉਹਦਾ ਸਰੀਰ ਉਹਦਾ ਦਮ ਘੁੱਟਦਾ ਏ। ਜਿਸ ਸਰੀਰ ਵਿੱਚ ਉਹ ਫਸਿਆ ਹੋਇਆ ਨਾ ਉਹ ਨਿਕਲ ਸਕਦਾ ਨਹੀਂ। सुनिए श्रुत बाला बुद्ध विशाला संग लय की लाज। ਜਦੋਂ ਸਤਿਗੁਰ ਚੱਲੇ ਮੈਂ ਮਰਦ ਦੇ ਪਿੱਛੇ ਪਿੱਛੇ ਤੁਰਿਆ ਜਾਵਾਂ। ਗੁਰੂ ਸਾਹਿਬ ਨੇ ਬੜਾ ਸੋਹਣਾ ਬਚਨ ਆਖਿਆ ਬਾਲਿਆ ਅੱਜ ਵਕਤ ਨਹੀਂ ਹੈ ਮਿੱਤਰ ਤੇ ਭੀੜ ਬਣੀ ਹੈ ਤੇ ਆਪਾਂ ਸਿਆਣਪ ਕਰੀਏ ਨਹੀਂ। ਮੈਂ ਕਿਹਾ ਠੀਕ ਹੈ ਪਾਤਸ਼ਾਹ, ਪਰ ਇੱਕ ਗੱਲ ਯਾਦ ਰੱਖਿਓ ਮਹਾਰਾਜ ਵਿਗਾੜਿਆ ਵੀ ਤੁਸੀਂ ਹੋਇਆ ਹੈ। ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਨੂੰ ਬਚਨ ਆਖਿਆ ਸਤਿਗੁਰੂ ਜੀ ਉਹ ਤੁਹਾਡੇ ਪਿਆਰ ਕਰਕੇ ਵਿਗੜਿਆ ਹੋਇਆ, ਤੁਸੀਂ ਇੰਨੀਆਂ ਢਿੱਲਾਂ ਦਿੱਤੀਆਂ ਹੋਈਆਂ ਨੇ, ਇੰਨੀ ਖੁੱਲ੍ਹ ਦਿੱਤੀ ਹੋਈ ਹੈ। ਉਹ ਹਰ ਵੇਲੇ ਕਹਿ ਦਿੰਦਾ ਬਾਬਾ ਕੋਈ ਨਹੀਂ ਮੈਨੂੰ ਪਤਾ ਹੈ ਜਿੱਥੇ ਮੈਂ ਫਸੂੰ ਆਪੇ ਛਡਾਉਂਗੇ। ਗੁਰੂ ਸਾਹਿਬ ਕਹਿੰਦੇ ਬਾਲਿਆ ਇਹ ਗੱਲ ਤੇਰੀ ਠੀਕ ਹੈ, ਹੌਲੀ ਹੌਲੀ ਠੀਕ ਕਰਾਂਗੇ, ਪਰ ਇੱਕ ਗੱਲ ਯਾਦ ਰੱਖੀ ਭਾਈ ਮਰਦਾਨਾ ਦੁਨੀਆ ਨੂੰ ਤਾਰਨ ਦਾ ਬਹਾਨਾ ਹੈ। ਕਹਿੰਦੇ ਉਸ ਦਿਨ ਗੁਰੂ ਸਾਹਿਬ ਨੇ ਬਚਨ ਆਖਿਆ ਸੀ। ਮੈਂ ਕਿਹਾ ਚਲੋ ਫਿਰ ਪਾਤਸ਼ਾਹ, ਪਰ ਗਰੀਬ ਨਵਾਜ਼ ਅੱਜ ਇਹਨੂੰ ਸਭ ਕੁਝ ਮਿਲਿਆ, ਤੁਸੀਂ ਛਡਾ ਲੈਣਾ, ਇਹਨੇ ਹਫ਼ਤੇ ਬਾਅਦ ਫਿਰ ਇਹੀ ਕੁਝ ਕਰਨਾ ਹੈ। ਇਹਦੀ ਭੁੱਖ ਨੇ ਇਹਨੂੰ ਹਮੇਸ਼ਾ ਸਤਾਉਣਾ ਹੈ ਤੇ ਇਹਦੀ ਭੁੱਖ ਸਾਨੂੰ ਸਤਾਉਂਦੀ ਹੈ। ਹੱਸੇ ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਬਾਲਿਆ ਹੁਣ ਨਾਲ ਰਹੀਂ, ਸਾਵਧਾਨ ਰਹੀਂ। ਜਿਸ ਜੰਗਲ ਵਿੱਚ ਅਸੀਂ ਤੁਰਨ ਲੱਗੇ ਹਾਂ ਉਹ ਇੱਕ ਦੁੱਖਾਂ ਦਾ ਜੰਗਲ ਹੈ, ਉਹ ਸੋਹਣਾ ਸ਼ਹਿਰ ਨਹੀਂ ਹੈ। ਆ ਪਾਮ ਟਰੀ ਕਿੰਨੇ ਸੋਹਣੇ ਸੋਹਣੇ ਹੁੰਦੇ ਆ, ਹੋਰ ਬੜੀ ਤਰ੍ਹਾਂ ਦੇ ਬੂਟੇ ਆ ਜੀ, ਕੈਕਟਸ ਦੇ ਬੜੇ ਸੋਹਣੇ ਲੱਗਦੇ ਆ, ਡਰੈਗਨ ਫਰੂਟ ਵਰਗੇ ਫਲ ਕਿੰਨੇ ਸੋਹਣੇ ਕਿੰਨੇ ਸਵਾਦਿਸ਼ਟ ਨੇ, ਬੇਰੀਆਂ ਦੇ ਫਲ ਕਿੰਨੇ ਮਿੱਠੇ ਹੁੰਦੇ ਆ, ਪਰ ਕੰਡੇ ਕਿੰਨੇ ਗਹਿਰੇ ਆ, ਦੁੱਖ ਦਿੰਦੇ ਆ ਨਾ। ਗੁਲਾਬ ਦਾ ਫੁੱਲ ਕਿੰਨਾ ਸੋਹਣਾ ਏ,
ਹੇਠਾਂ ਜੇ ਕੰਡਾ ਵੱਜੇ ਤੇ ਫੁੱਲ ਦੀ ਖੁਸ਼ਬੂ ਨਹੀਂ ਆਉਂਦੀ, ਭੁੱਲ ਜਾਂਦਾ ਬੰਦਾ ਸਾਰਾ ਕੁਝ। ਗੁਰੂ ਸਾਹਿਬ ਦੱਸਦੇ ਆ, ਕਹਿੰਦੇ ਸੋਹਣੇ ਬਾਜ਼ਾਰ ਵਿੱਚ ਭਾਈ ਮਰਦਾਨਾ ਵੜਿਆ। ਹੁਣ ਇਸ ਬਾਜ਼ਾਰ ਤੋਂ ਸਤਰਕ ਰਹੀ। ਇਸ ਬਾਜ਼ਾਰ ਨੇ ਵੱਡੇ ਵੱਡੇ ਧਰਮੀਆਂ ਦੇ ਧਰਮ ਤੋੜੇ ਨੇ, ਵੱਡੇ ਵੱਡੇ ਸਿੱਧ ਡੋਲੇ ਨੇ। ਭਾਈ ਬਾਲਾ ਕਹਿੰਦੇ ਪਾਤਸ਼ਾਹ ਜਿਹਦੇ ਕੋਲ ਤੇਰੇ ਵਰਗਾ ਪਿਆਰਾ ਹੋਵੇ ਉਹਨੂੰ ਡੋਲਣ ਦੀ ਲੋੜ ਕੀ ਹੈ। ਗੁਰੂ ਸਾਹਿਬ ਅੱਗੇ ਅੱਗੇ ਚੱਲੇ, ਕਹਿੰਦੇ ਮੈਂ ਆਖਿਆ ਮਰ ਜੋ ਹੈ ਕਿੱਥੇ ਹੈ। ਚੱਲਦੇ ਰਹੇ ਜੀ। ਹੁਣ ਭਾਈ ਮਰਦਾਨਾ ਤੇ ਬਹੁਤ ਦੂਰ ਜਾ ਚੁੱਕੇ ਸੀ। ਸੱਚੇ ਪਾਤਸ਼ਾਹ ਵੀ ਉਹਨਾਂ ਗਲੀਆਂ ਵਿੱਚ, ਉਹਨਾਂ ਰਾਹਾਂ ਦੇ ਵਿੱਚ ਆਪ ਅੱਗੇ ਤੁਰੇ ਨੇ। ਬਹੁ ਭੂਖ ਸੁਭਾਉ ਤੀਰ ਨਸਾਉ ਪੁਨ ਤਿਹ ਸੋ ਹਮ ਕਾਜ। ਤੇ ਉਸ ਵੇਲੇ ਸਤਿਗੁਰ ਆਖਦੇ ਆ, ਕਹਿੰਦੇ ਭਾਈ ਮਰਦਾਨਾ ਬੇਸ਼ੱਕ ਉਮਰ ਕਰਕੇ ਵੱਡਾ ਇਹ ਬੱਚਿਆਂ ਤੇ ਪਰਿਵਾਰ ਵਾਲਾ, ਪਰ ਉਹ ਆਪ ਬਚਪਨਾ ਰੱਖਦਾ ਹੈ। ਉਹਨੂੰ ਭੁੱਖ ਬਹੁਤ ਲੱਗਦੀ ਹੈ। ਜਦ ਉਹਨੂੰ ਭੁੱਖ ਲੱਗਦੀ ਉਹ ਮਚਲ ਜਾਂਦਾ ਹੈ। ਬਾਲਿਆ ਉਹਦਾ ਸੁਭਾਅ ਹੈ ਸਾਨੂੰ ਇਹੀ ਪਾਉਂਦਾ ਆਖੋ ਸਤਨਾਮ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨੀ ਦਾ ਸੁਭਾਅ ਬੜਾ ਪਿਆਰਾ ਲੱਗਦਾ ਸੀ। ਗੁਰੂ ਸਾਹਿਬ ਨੇ ਕਹਿਣਾ, ਓਏ ਮਰਾਸੀਆ ਬੰਦਾ ਬਣ ਜਾ। ਕਹਿੰਦਾ ਰੱਬਾ ਜੇ ਤੇਰੀ ਬੰਦਗੀ ਕਰਕੇ ਬੰਦਾ ਨਹੀਂ ਬਣਿਆ ਤੇ ਫਿਰ ਬਣੂ ਕਦੋਂ। ਹਾਸੇ ਬੜੇ ਪਾਉਂਦਾ ਸੀ, ਪਿਆਰਾ ਸੀ ਨਾ। ਕਿਉਂ ਸੀ ਪਿਆਰਾ? ਉਹੀ ਬੰਦਾ ਹਸਾ ਸਕਦਾ ਜਿਹਦੇ ਅੰਦਰ ਇੱਕ ਬੱਚਾ ਜਿਉਂਦਾ ਹੋਵੇ। ਤੇ ਜਦੋਂ ਤੱਕ ਤੁਹਾਡੇ ਅੰਦਰ ਬਚਪਨਾ ਨਹੀਂ ਨਾ, ਬਚਪਨ ਦੀ ਕੋਈ ਉਮਰ ਥੋੜ੍ਹਾ ਹੈ। ਬੁਢਾਪੇ ਵਿੱਚ ਵੀ ਲੋਕਾਂ 'ਚ ਬਚਪਨਾ ਹੈ, ਜਵਾਨੀ ਵਿੱਚ ਵੀ ਹੈ। ਤੇ ਜਿਨ੍ਹਾਂ ਵਿੱਚ ਬਚਪਨਾ ਰਹੇਗਾ ਸਦਾ ਜਿੰਦਾ ਦਿਲ ਰਹਿਣਗੇ, ਖੁਸ਼ ਰਹਿਣਗੇ, ਖੁਸ਼ ਮਜ਼ਾਜ ਹੋਣਗੇ। ਤੇ ਕਈ ਲੋਕ ਛੋਟੀ ਉਮਰ ਦੇ ਵਿੱਚ ਇੰਨੇ ਮੈਚਿਓਰ ਹੋ ਜਾਂਦੇ ਆ, ਇੰਨੀਆਂ ਸਿਆਣੀਆਂ ਗੱਲਾਂ ਕਰਦੇ ਆ, ਪਰ ਦੁਖੀ ਬਣ ਜਾਂਦੇ ਆ। ਹੁਣ ਭਾਈ ਮਰਦਾਨੇ ਦੀਆਂ ਖੇਡਾਂ ਅਲੱਗ ਨੇ, ਨਿਆਰੀਆਂ ਨੇ, ਵੱਖਰੀਆਂ ਨੇ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਇਹਦੀ ਭੁੱਖ ਵੀ ਤੇ ਭਾਈ ਸਾਡੇ ਲਈ ਕਾਰਨ ਹੈ ਕੋਈ, ਉਹ ਆਪ ਨਹੀਂ ਲੱਗਦੀ, ਉਹ ਨਿਰੰਕਾਰ ਲਾਉਂਦੇ ਨੇ। ਸਿਮਰਨ ਮਮ ਕਰਤਾ ਅਬ ਉਰ ਡਰਤਾ ਚਲੋ ਛੁਟਾਵੇਂ ਤਾਸ। ਮੈਂ ਉਸ ਵੇਲੇ ਮਰਦ ਨੂੰ ਆਖਿਆ, ਸਤਿਗੁਰੂ ਜੀ ਜੇ ਸੱਚੀ ਵਾਜਾ ਮਾਰਦਾ ਡਰ ਗਿਆ ਹੋਣਾ। ਗੁਰੂ ਸਾਹਿਬ ਕਹਿੰਦੇ ਬਹੁਤ ਡਰਿਆ ਹੋਇਆ ਇਸ ਵੇਲੇ। ਭਾਈ ਮਰਦਾਨਾ ਜੀ ਪਹਿਲਾਂ ਸ਼ੇਰ ਬਣ ਜਾਂਦੇ ਸੀ, ਮੁੜ ਕੇ ਡਰ ਜਾਂਦੇ ਸੀ ਬਾਅਦ ਚੋਂ। ਕਿਉਂ ਡਰਦੇ ਸੀ? ਆਪਣੀਆਂ ਗੁਨਾਹਾਂ ਕਰਕੇ, ਆਪਣੀਆਂ ਗਲਤੀਆਂ ਕਰਕੇ। ਬੰਦਾ ਕਿੱਡਾ ਵੀ ਸ਼ੇਰ ਬਣ ਕੇ ਗੱਲ ਕਰਦਾ ਹੋਵੇ, ਜਦ ਉਹਦੀ ਗਲਤੀ ਸਾਹਮਣੇ ਆ ਜੇ ਅੰਦਰੋਂ ਕੰਬ ਜਾਂਦਾ ਹੈ। ਭਾਈ ਮਰਦਾਨਾ ਅੰਦਰੋਂ ਅੰਦਰ ਰੋਵੇ ਜੀ, ਕੂਕਾਂ ਮਾਰੇ, ਪਰ ਬਾਹਰ ਤੇ ਆਵਾਜ਼ ਭੇਡਾਂ ਵਾਲੀ ਆਉਣੀ ਨਾ। ਉਹਦੀਆਂ ਕੂਕਾਂ ਸੁਣ ਕੇ ਉਹ ਜੰਤਰ ਮੰਤਰ ਕਰਨ ਵਾਲੀਆਂ ਕਾਮੀ ਔਰਤਾਂ ਝੜਕਦੀਆਂ ਨੇ, ਉਹਨੂੰ ਠੁੱਡ ਮਾਰਦੀਆਂ ਨੇ। ਇਉਂ ਕਹਿ ਗੁਰ ਪੂਰਨ ਗਵਨੇ ਤੂਰਨ ਦੁਖ ਭੰਜਨ ਨਿਜ ਦਾਸ। ਚੱਲਦੇ ਚੱਲਦੇ ਸਤਿਗੁਰੂ ਜੀ ਕਹਿੰਦੇ ਉਹਨਾਂ ਬਾਜ਼ਾਰਾਂ ਵਿੱਚੋਂ ਗੁਜ਼ਰੇ ਨੇ ਜਿੱਥੋਂ ਭਾਈ ਮਰਦਾਨਾ ਜੀ ਲੰਘੇ। ਪਰ ਸੱਚੇ ਪਾਤਸ਼ਾਹ ਬਹੁਤ ਤੇਜ਼ ਸਨ। ਗੁਰੂ ਸਾਹਿਬ ਨੂੰ ਵੇਖ ਕਈ ਲੋਕ ਪਿੱਛੇ ਦੌੜੇ ਵੀ ਇਹ ਪਰਦੇਸੀ ਬੰਦੇ ਆ, ਕਿੱਧਰ ਚੱਲੇ ਆ। ਅੱਧਿਆਂ ਹਿਸਾਬ ਲਾ ਲਿਆ ਵੀ ਇਹਨਾਂ ਦਾ ਸਾਥੀ ਲੱਗਦਾ, ਪਹਿਲਾਂ ਕੋਈ ਫਕੀਰ ਗਿਆ ਸੀ ਉਹਨੂੰ ਲੱਭਦੇ ਫਿਰਦੇ ਆ, ਕਿਉਂਕਿ ਇਹ ਪਾਪ ਦੀ ਨਗਰੀ ਹੈ। ਇੱਥੇ ਸਾਰੇ ਇੱਕ ਹੀ ਹਨ। ਜਦੋਂ ਭਾਈ ਮਰਦਾਨੇ ਨੇ ਪੁੱਛਿਆ ਸੀ ਮੈਂ ਭੋਜਨ ਛਕਣਾ ਹੈ, ਕੁਛ ਔਰਤਾਂ ਨੇ ਕੁਛ ਮਰਦਾਂ ਨੇ ਸੈਨਤ ਕਰਕੇ ਆਖਿਆ ਉਸ ਗਲੀ ਵਿੱਚ ਚਲਿਆ ਜਾ। ਉਹ ਕੌਣ ਸਨ? ਏਜੰਟ ਸਨ, ਮਾੜੀ ਕਿਸਮ ਦੇ ਲੋਕ ਸਨ, ਇਕੱਠੇ ਸਨ। ਤੇ ਉਹਨਾਂ ਇਸ ਜਾਲ ਵਿੱਚ ਭਾਈ ਮਰਦਾਨੇ ਨੂੰ ਫਸਾਇਆ ਤੇ ਰੱਬ ਆਪ ਲੱਭ ਰਹੇ ਨੇ ਗਲੀਆਂ 'ਚ। ਕਿੰਨੀਆਂ ਭੀੜੀਆਂ ਗਲੀਆਂ ਹੋਣਗੀਆਂ। ਉਹ ਸਿੱਖ ਅਰਦਾਸਾਂ ਕਰਦਾ ਤੇ ਰੱਬ ਉਹਦੀ ਅਰਦਾਸ ਸੁਣ ਕੇ ਉਸੇ ਰਾਹ ਤੇ ਚੱਲਿਆ ਹੋਇਆ ਏ। ਕਬਿਤ ਮੋਕੋ ਲੀਨੋ ਸੰਗ ਅਰਬੰਦ ਨੈਣ ਗਏ ਤਹਾਂ ਏਂਡਕ ਕੋ ਰੂਪ ਮਰਦਾਨਾ ਜਹਾਂ ਬੈਸਿਆ। ਭੀੜੀਆਂ ਗਲੀਆਂ ਚੋਂ ਗੁਜ਼ਰਦੇ ਗੁਜ਼ਰਦੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦਰਵਾਜ਼ੇ ਤੇ ਜਾ ਖੜੇ। ਕਹਿੰਦੇ ਔਰਤਾਂ ਉਹੀ ਉੱਠ ਕੇ ਭੱਜ ਕੇ ਆਈਆਂ, ਕਹਿੰਦੇ ਲੈ ਹੋਰ ਆ ਗਏ ਲੋ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਇੰਨਾ ਸੋਹਣਾ ਤੇ ਖੂਬਸੂਰਤ ਸੀ, ਭਰ ਜਵਾਨੀ ਦੀ ਉਮਰ ਹੈ, ਕਾਲੀ ਦਾੜੀ ਮੁੱਖ ਤੇ। ਔਰਤਾਂ ਦਾ ਹਿਰਦਾ ਬੇਈਮਾਨ ਹੋ ਗਿਆ, ਇੱਕ ਦੂਜੇ ਨਾਲ ਗੱਲਾਂ ਕਰਦੀਆਂ। ਉਹ ਕਹਿੰਦੀ ਗੋਰੇ ਰੰਗ ਵਾਲਾ ਸੁਰਖ ਲੰਬਾ ਜਿਹਾ ਮੇਰਾ। ਭਾਈ ਬਾਲਾ ਜੀ ਕਹਿੰਦੇ ਅਸੀਂ ਸੁਣਿਆ। ਦੂਜੀ ਆਖਦੀ ਹੈ ਵੀ ਆ ਵੱਡੀ ਉਮਰ ਵਾਲਾ ਨਾ ਜਿਹੜਾ, ਇਹਨੂੰ ਪਹਿਲਾਂ ਮੈਂ ਵੇਖਿਆ, ਇਹ ਮੇਰਾ। ਕਿਉਂਕਿ ਕਾਮਣਾ ਨੇ, ਪਾਪਣਾ ਨੇ, ਪਰ ਉਹ ਰੱਬ ਪਿਆਰਾ, ਉਹ ਤੇ ਸਾਰੀ ਦੁਨੀਆ ਲੈ। ਕਹਿੰਦੇ ਅਚਨਚੇਤ ਸਤਿਗੁਰ ਉਸ ਦਰਵਾਜ਼ੇ 'ਚ ਜਾ ਖੜੇ ਜਿੱਥੇ ਕਈ ਮੇਢੇ ਖੜੇ ਆ, ਕਈ ਭੇਡੇ ਖੜੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾ ਕੇ ਵੇਖਿਆ ਸਾਹਮਣੇ ਭਾਈ ਮਰਦਾਨੇ ਦੀਆਂ ਅੱਖਾਂ 'ਚੋਂ ਹੰਝੂ
ਅਚਨਚੇ ਜਦੋਂ ਰੱਬ ਨੂੰ ਵੇਖਿਆ ਤੇ ਭੁੱਬ ਨਿਕਲ ਗਈ, ਆਖੋ ਸਤਨਾਮ, ਉਹ ਰੱਬਾ ਮੇਰੇ ਆ ਗਿਆ। ਆਪਣੇ ਵੱਲੋਂ ਰੋਇਆ ਪਰ ਰੋਇਆ ਨਹੀਂ ਸੀ ਜਾਂਦਾ, ਆਪਣੇ ਵੱਲੋਂ ਆਵਾਜ਼ਾਂ ਮਾਰਦਾ ਪਰ ਆਵਾਜ਼ ਪਸ਼ੂਆਂ ਵਾਲੀ ਆਉਂਦੀ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਜਦੋਂ ਨਾ ਇਹ ਜਾਦੂ ਦੀ ਜਿਹੜੀ ਕਲਾ ਹੈ, ਇਹਨੂੰ ਮੈਸਮਰਜ਼ਮ ਆਖਿਆ ਜਾਂਦਾ ਹੈ, ਬੰਗਾਲ ਦੇ ਲੋਕ ਕਰਦੇ ਆ। ਭਾਵੇਂ ਕਿ ਬੰਦਾ ਬੰਦੇ ਦੇ ਸਰੀਰ ਵਿੱਚ ਰਵੇ, ਪਰ ਜਦੋਂ ਅੰਦਰ ਸੁਰਤ ਜਾਗ ਜਾਂਦੀ ਨਾ, ਜੇ ਉਹਨੂੰ ਕਹਿਤਾ ਵੀ ਤੂੰ ਭੇਡ ਆ, ਉਹਨੇ ਭੇਡ ਹੀ ਸਮਝਣਾ ਆਪਣੇ ਆਪ ਨੂੰ। ਜੇ ਕਹਿ ਦਿੱਤਾ ਤੂੰ ਬੱਕਰੀ ਹੈ, ਉਹਨੇ ਆਪਣੇ ਆਪ ਨੂੰ ਬੱਕਰੀ ਮੰਨਣਾ ਹੈ। ਉਹੋ ਜਿਹੇ ਲੱਛਣ ਕਰਨੇ, ਉਹੋ ਜਿਹੀ ਬਿਰਤੀ ਰੱਖਣੀ, ਉਹੋ ਜਿਹਾ ਸੁਭਾਅ ਬਣਾ ਲੈਂਦਾ ਹੈ। ਜਿਵੇਂ ਆ ਸਮੋਹਨ ਦੇ ਵਿੱਚ ਹੁੰਦਾ ਹੈ, ਕਿੰਨਾ ਕੁਛ ਕਰਦੇ ਆ ਲੋਕੀ। ਮਿਰਚਾਂ ਖਵਾ ਕੇ ਪੁੱਛੋ ਸ਼ਹਿਦ ਖਾਦਾ, ਕਹਿੰਦਾ ਹਾਂ ਬਹੁਤ ਸਵਾਦ ਹੈ। ਚੀਰਾ ਦੇ ਕੇ ਬਾਂਹ ਤੇ ਪੁੱਛੋ ਗੁਲਾਬ ਦਾ ਫੁੱਲ ਰੱਖਿਆ ਹੈ, ਮਹਿਕ ਲਾਈ ਹੈ, ਕਹਿੰਦਾ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ। ਤੁਸੀਂ ਇਹਨਾਂ ਮੰਤਰਾਂ ਤੰਤਰਾਂ ਦੇ ਨਾਲ ਕਿਸੇ ਦਾ ਮਨ ਵਰਤ ਸਕਦੇ ਹੋ, ਪੁੱਛ ਸਕਦੇ ਹੋ। ਅੱਜ ਕੱਲ੍ਹ ਇਸੇ ਤਰਜ ਉੱਤੇ ਕਿੱਡੇ ਕਿੱਡੇ ਡਿਟੈਕਟਰ ਆ ਗਏ ਆ, ਕਿੰਨੇ ਕਿੰਨੇ ਟੈਸਟ ਆ ਗਏ ਆ। ਜਦ ਕੋਈ ਬੰਦਾ ਝੂਠ ਬੋਲਦਾ ਹੈ, ਲਾਈ ਡਿਟੈਕਟਰ ਟੈਸਟ ਹੁੰਦਾ ਨਾ, ਫਿਰ ਇਹੀ ਖੇਡਾਂ ਨੇ। ਉਹ ਭਾਵੇਂ ਜਾਗਦਾ ਹੋਵੇ ਸੁੱਤਾ ਹੋਵੇ, ਜਦ ਇੰਜੈਕਸ਼ਨ ਲੱਗਣਾ ਹੈ, ਉਸ ਮਸ਼ੀਨ 'ਤੇ ਪਾਇਆ ਜਾਣਾ ਹੈ, ਉਹਨੇ ਉਹੀ ਕੁਛ ਬੋਲਣਾ ਹੈ ਜੋ ਕੁਛ ਉਹਦੀ ਸੁਰਤ ਵਿੱਚ ਚੱਲਦਾ ਤੇ ਉਹਦੇ ਨਾਲ ਹੋਇਆ ਹੈ। ਤਾਂ ਹੀ ਭੱਜਦੇ ਆ ਨਾ ਝੂਠੇ ਲੋਕ ਵੀ ਮੈਂ ਟੈਸਟ ਨਹੀਂ ਕਰਾਉਣਾ ਜੀ, ਮੈਨੂੰ ਕੀ ਲੋੜ ਹੈ, ਸਟੇ ਲੈਂਦੇ ਹਾਈ ਕੋਰਟ ਜਾ ਕੇ। ਪਰ ਪਤਾ ਉਹਨਾਂ ਨੂੰ ਵੀ ਜਦ ਉਸ ਮਸ਼ੀਨ 'ਤੇ ਬੰਦਾ ਪਿਆ ਨਾ, ਉਹਨੇ A to Z ਸਭ ਕੁਝ ਸੱਚ ਬਕ ਦੇਣਾ। ਜੇ ਆਪ ਵੀ ਗਲਤ ਕੀਤਾ ਉਹ ਵੀ ਮੰਨਣਾ, ਮੈਂ ਇੱਥੇ ਕੀਤਾ, ਆਹ ਕੀਤਾ, ਇੰਨੇ ਵਜੇ ਕੀਤਾ, ਆਹ ਨਾਲ ਸੀ, ਆਹ ਮਿਲਿਆ। ਕਿਉਂਕਿ ਉਸ ਵੇਲੇ ਬੰਦੇ ਦੇ ਜਿਹੜੇ 42 ਭਾਵ ਫੁਰਦੇ ਉਹ ਰੁਕ ਜਾਂਦੇ ਆ। ਉਦੋਂ ਕੇਵਲ ਮਨ ਬੋਲਦਾ, ਇਕੱਲੇ ਖਿਆਲ ਬੋਲਦੇ ਨੇ। ਉਹ ਜੋ ਬੋਲਦਾ ਆਪਣੀ ਜ਼ੁਬਾਨੋਂ ਉਹ ਲਿਖਿਆ ਜਾਂਦਾ ਹੈ, ਉਹਦੇ ਆਧਾਰ 'ਤੇ ਫਿਰ ਸਜ਼ਾ ਦਿੱਤੀ ਜਾਂਦੀ ਹੈ। ਵਿਗਿਆਨ ਤਾਂ ਇੱਥੇ ਤੱਕ ਪਹੁੰਚ ਗਿਆ। ਪਰ ਉਹ ਲੋਕ ਕਿੱਡੇ ਗਹਿਰੇ ਹੋਣਗੇ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖ ਭਾਈ ਮਰਦਾਨੇ ਨੂੰ ਭੇਡ ਬਣਾ ਲਿਆ, ਭੇਡੂ ਬਣਾ ਲਿਆ। ਭਾਵੇਂ ਉਹ ਸਰੀਰ ਕਰਕੇ ਮਨੁੱਖਾਂ ਵਰਗੇ ਵੀ ਹੋਣ, ਗਲ ਵਿੱਚ ਰੱਸੀ ਤੇ ਪਾ ਲਈ ਨਾ, ਕਾਬੂ ਤੇ ਕਰ ਹੀ ਲਿਆ ਨਾ। ਰੱਬ ਨੂੰ ਆਪ ਆਉਣਾ ਪਿਆ ਨਾ। ਰੱਬ ਕਿਉਂ ਗਏ ਆ? ਜੇ ਉਹਨਾਂ ਲੋਕਾਂ ਦੇ ਪੱਲੇ ਕੁਝ ਸੀ ਤੇ ਗੁਰੂ ਸਾਹਿਬ ਤਾਈਓ ਆਏ ਨਾ। ਮਾੜਾ ਧੀੜਾ ਬੰਦਾ ਮਾੜਾ ਕੰਮ ਕਰੇ, ਕੋਈ ਨਹੀਂ ਕਹਿੰਦਾ, ਅਗਲਾ ਕਹਿੰਦਾ ਯਾਰ ਇਹਨੂੰ ਕੌਣ ਪੁੱਛਦਾ ਹੈ। ਕੋਈ ਤਕੜਾ ਬੰਦਾ ਗਲਤ ਕੰਮ ਕਰੇ ਤੇ 20 ਨੂੰ ਭਾਜੜਾਂ ਪੈਂਦੀਆਂ, ਕਹਿੰਦੇ ਰੋਕੋ, ਅੱਜ ਇਹ ਕਰੂ, ਕੱਲ੍ਹ ਇਹਨੂੰ ਵੇਖ ਕੋਈ ਹੋਰ ਵੀ ਕਰੂਗਾ। ਹੁਣ ਭਾਈ ਮਰਦਾਨੇ ਨੇ ਸਤਿਗੁਰਾਂ ਨੂੰ ਵੇਖਿਆ ਤੇ ਗੁਰੂ ਸਾਹਿਬ ਖੜੇ ਆ, ਨਜ਼ਰਾਂ ਭਰ ਕੇ ਆਪਣੇ ਪਿਆਰੇ ਨੂੰ ਤੱਕਦੇ ਨੇ। ਹੇਰ ਕਰ ਦੂਰ ਹੀ ਤੇ ਪੂਰ ਹਰ ਖਾਏ ਉਠਿਓ, ਨਾਸਾ ਫੁਰਕਾਏ ਖੁਰ ਅਬਨੀ ਹਨੇਸਿਆ। ਭਾਈ ਬਾਲਾ ਜੀ ਕਹਿੰਦੇ ਮੇਰੀਆਂ ਅੱਖਾਂ ਭਰ ਆਈਆਂ ਆਪਣੇ ਪਿਆਰੇ ਮਿੱਤਰ ਨੂੰ ਵੇਖ ਕੇ। ਸਾਨੂੰ ਵੇਖ ਭਾਈ ਮਰਦਾਨਾ ਖੁਸ਼ ਹੋ ਗਿਆ। ਪਹਿਲਾਂ ਬੈਠਾ ਸੀ ਉਦਾਸਿਆ ਹੋਇਆ, ਅਫਸੋਸਿਆ ਵੀ ਮੈਨੂੰ ਕਿਹਨੇ ਛਡਾਉਣਾ ਹੈ। ਸੁਰਤ ਤੇ ਅੰਦਰ ਉਹੀ ਆ ਨਾ ਮਨੁੱਖਾਂ ਵਾਲੀ। ਕਹਿੰਦੇ ਵੇਖ ਸਾਨੂੰ ਉੱਠਿਆ, ਫਰਾਟੇ ਮਾਰਦਾ, ਖੁਸ਼ ਹੋਇਆ। ਹੁਣ ਰੱਸੀ ਤੜਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਗੁਰੂ ਸਾਹਿਬ ਵੱਲ ਆਉਣ ਦੀ ਕੋਸ਼ਿਸ਼ ਕਰਦਾ। ਗੁਰੂ ਨਾਨਕ ਸਾਹਿਬ ਜੀ ਨੇ ਇਸ਼ਾਰਾ ਕੀਤਾ, ਮਰਦਾਨਿਆ ਰੁਕ ਜਾ, ਨਾ ਆਈ। ਕਿਉਂਕਿ ਸਤਿਗੁਰਾਂ ਦੇ ਆਸੇ ਪਾਸੇ ਤੇ ਭੂਤਨੀਆਂ ਤੁਰੀਆਂ ਫਿਰਦੀਆਂ, ਉਹ ਇਸ ਤਰੀਕੇ ਵਿੱਚ ਖੜੀਆਂ ਨੇ ਵੀ ਇਹਨਾਂ ਨੌਜਵਾਨਾਂ ਦੇ ਗਲ ਦੇ ਵਿੱਚ ਤਾਗਾ ਪਾਈਏ ਤੇ ਇਹਨਾਂ ਨੂੰ ਵੀ ਬੰਨੀਏ। ਖਤਰਾ ਮੰਡਰਾ ਰਿਹਾ ਚਾਰੇ ਪਾਸੇ। ਪਰ ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਅਸੀਂ ਸਾਵਧਾਨ ਹੋ ਗਏ, ਸਾਡਾ ਧਿਆਨ ਆਸੇ ਪਾਸੇ ਸੀ ਵੀ ਆਪ ਵੀ ਬਚਣਾ ਤੇ ਮਿੱਤਰ ਵੀ ਬਚਾਉਣਾ ਹੈ। ਕੰਮ ਬੜਾ ਔਖਾ ਏ। ਭਿਆਂ ਭਿਆਂ ਭਨੇ ਮੁਖ ਔਰ ਨਾ ਚੱਲੇ ਹੈ ਬਸ, ਦੇਖ ਦ੍ਰਿਗ ਬਿਗਸਤ ਬਦਨ ਕੋ ਸੇਸੀਆ। ਗੁਰੂ ਨਾਨਕ ਸਾਹਿਬ ਮਰਦ ਨੇ ਭਾਈ ਬਾਲਾ ਜੀ ਨੂੰ ਆਖਿਆ, ਕਹਿੰਦੇ ਉਹ ਜਿਹੜਾ ਸਭ ਤੋਂ ਵੱਧ ਉੱਚੀ ਬੋਲਦਾ ਹੈ, ਇਸ਼ਾਰੇ ਕਰਦਾ ਹੈ, ਬਾਲਿਆ ਆਪਣਾ ਮਰਦਾਨਾ ਏ, ਪਰ ਅਜੇ ਉਹਦੇ ਕੋਲ ਨਾ ਜਾਈ। ਕਿਉਂਕਿ ਜੇ ਭਾਈ ਬਾਲਾ ਜੀ ਉਸ ਪਾਸੇ ਜਾਣਗੇ, ਹੋ ਸਕਦਾ ਕੋਈ ਗਲ 'ਚ ਧਾਗਾ ਪਾ ਦੇ। ਇੱਥੇ ਜਿੰਨੀਆਂ ਡੈਣਾ ਫਿਰਦੀਆਂ ਸਾਰੀਆਂ ਇਕੱਠੀਆਂ ਨੇ। ਕਹਿੰਦੇ ਚਿਹਰਿਆਂ 'ਤੇ ਸੁਰਖ ਲਾਲੀ ਹੈ ਇਹਨਾਂ ਔਰਤਾਂ ਨੇ, ਦੰਦਾਸੇ ਮਲੇ ਹੋਏ ਆ, ਮਿੱਡੀਆਂ ਦੇ ਵਾਲ, ਅਤਰ ਫਲੇਲ ਲਾਏ ਹੋਏ ਆ, ਪਰ ਹੱਥਾਂ ਦੇ ਵਿੱਚ ਕਾਲੇ ਧਾਗੇ ਫੜੇ ਹੋਏ ਆ। ਝੱਟ ਜਾ ਕੇ ਗਲ ਪਾ ਦਿੰਦੀਆਂ ਨੇ। ਭਾਈ ਬਾਲਾ ਜੀ ਕਹਿੰਦੇ ਸਾਵਧਾਨ ਹੋ ਕੇ ਖੜ ਗਏ, ਚਾਰੇ ਪਾਸੇ ਸਤਰਕ ਨਜ਼ਰ ਨਾਲ ਵੇਖ ਰਹੇ ਆ। ਗੁਰੂ ਸਾਹਿਬ ਨੂੰ ਵੇਖ ਕੇ ਔਰਤਾਂ ਚਾਰੇ ਪਾਸੇ ਦੂਰ ਖੜ ਗਈਆਂ। ਹਿੰਮਤ ਨਹੀਂ ਸੀ ਪੈਂਦੀ ਕੋਲ ਜਾਣ ਦੀ, ਪਰ ਸਤਿਗੁਰ ਵੀ ਬੋਲੇ ਨਾ। ਜਦੋਂ ਮਰਜੀ ਇੱਕ ਕਦਮ ਅੱਗੇ ਵਧੇ ਨਾ, ਔਰਤਾਂ ਪੁੱਛਦੀਆਂ ਓਏ ਪਰਦੇਸੀਆ ਕੌਣ ਹੈ ਤੂੰ, ਘਰ 'ਚ ਵੜਨ ਵਾਲਾ ਬੇਗਾਨਾ ਘਰ ਹੈ। ਗੁਰੂ ਬਾਬਾ ਜੀ ਨੇ ਚਰਨ ਉੱਥੇ ਹੀ ਰੋਕ ਲਏ। ਕਹਿੰਦੇ ਬਾਲਿਆ ਰੁਕ,
ਅਸੀਂ ਧਿਆਨ ਰੱਖਦੇ ਹਾਂ। ਤੂੰ ਹੌਲੀ ਹੌਲੀ ਕਦਮ ਭਾਈ ਮਰਦਾਨੇ ਵੱਲ ਵਧਣਾ ਏ। ਗਏ ਤਿਸ ਆਲਿਆ ਦਿਆਲ ਦਰ ਠਾਂਡੇ ਪਏ, ਸੁੰਦਰ ਸਰੀਰ ਚੀਰ ਸੱਜੇ ਸੁਭ ਬੇਸਿਆ। ਅੱਜ ਗੁਰੂ ਨਾਨਕ ਸਾਹਿਬ ਜੀ ਦਾ ਲਿਬਾਸ ਕਹਿੰਦੇ ਫਕੀਰਾਂ ਵਾਲਾ ਨਹੀਂ ਸੀ, ਬੜਾ ਸੋਹਣਾ ਜਿਹਾ ਲਿਬਾਸ ਪਾਇਆ। ਭਾਈ ਮਰਦਾਨਾ ਤੇ ਬਾਲਾ ਜੀ ਦੱਸਦੇ ਆ ਕਿ ਬੜੇ ਸੋਹਣੇ ਗੁਰੂ ਸਾਹਿਬ ਲੱਗ ਰਹੇ ਸੀ। ਖੇਡ ਵਰਤਾਤੀ ਮਰਦ ਨੇ ਮਾਇਆ ਦੀ। ਕੋਈ ਉਹ ਔਰਤਾਂ ਗੁਰੂ ਸਾਹਿਬ ਨੂੰ ਵੇਖ ਵੇਖ ਮੋਹਿਤ ਹੋਈ ਜਾਣ, ਉਹ ਭੁੱਲ ਗਈਆਂ ਭਾਈ ਮਰਦਾਨੇ ਨੂੰ, ਕਿਉਂਕਿ ਉਹ ਜਾਣ ਨਹੀਂ ਸੀ ਸਕਦੀਆਂ ਵੀ ਇਸੇ ਦੇ ਹੀ ਮਿੱਤਰ ਆਏ ਹੋਏ ਆ। ਉਹਨਾਂ ਨੂੰ ਕੀ ਪਤਾ ਕੌਣ ਨੇ, ਪਰ ਕਹਿੰਦੇ ਸਾਡੀ ਨਜ਼ਰ ਆਪਣੇ ਮਿੱਤਰ ਤੇ ਸੀ ਵੀ ਇਹਨੂੰ ਵੀ ਛਡਾਉਣਾ ਹੈ। ਪਰ ਉਹ ਇਸ ਦਾਅ ਦੇ ਵਿੱਚ ਸੀ ਵੀ ਜੇ ਘਰ ਦੇ ਅੰਦਰ ਪ੍ਰਵੇਸ਼ ਹੋ ਜਾਣ, ਦਰਵਾਜ਼ੇ ਨੂੰ ਲਾਈਏ ਕੁੰਡੀ ਤੇ ਇਹਨਾਂ ਦੇ ਗਲ ਪਾਈਏ ਰੱਸੀ, ਤੇ ਇਹਨਾਂ ਨੂੰ ਵੀ ਉਸੇ ਰੂਪ 'ਚ ਬਣਾ ਲਈਏ। ਇਹਨਾਂ ਕੋਲ ਬਹੁਤ ਕੁਝ ਲੁੱਟਣ ਵਾਸਤੇ ਹੋਏਗਾ। ਹੁਣ ਕਿਉਂਕਿ ਭਾਈ ਬਾਲਾ ਜੀ ਦੇ ਕੋਲ ਝੋਲਾ ਫੜਿਆ, ਉਹ 'ਚ ਕੱਪੜੇ ਪਾਏ, ਬਸਤਰ ਹੈ, ਸਮਾਨ ਹੈ, ਜਿਵੇਂ ਬੈਠੇ ਉੱਦਾਂ ਹੀ ਉੱਠ ਕੇ ਆ ਗਏ। ਤੇ ਉਹਨਾਂ ਔਰਤਾਂ ਨੂੰ, ਲੁਟੇਰੀਆਂ ਨੂੰ ਲੱਗਦਾ ਸੀ ਵੀ ਬੜਾ ਕੁਝ ਪ੍ਰਾਪਤ ਹੋਏਗਾ। ਇਸੇ ਕਰਕੇ ਉਹਨਾਂ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਵੀ ਇਹਨਾਂ ਪਰਦੇਸੀਆਂ ਨੂੰ ਅੰਦਰ ਜਾ ਲੈਣ ਦਿਓ, ਜਿਸ ਜਾਲ ਵਿੱਚ ਅਸੀਂ ਫਸਾਉਣਾ ਇਹ ਖੁਦ ਬਾ ਖੁਦ ਆਪ ਫਸੇ ਆ। ਕਿਤੇ ਇਹਨਾਂ ਨੂੰ ਲੈ ਕੇ ਆਉਣਾ ਸੀ ਭਰਮਾ ਕੇ, ਇਹ ਆਪਣੇ ਆਪ ਆਏ ਨੇ। ਕਾਮਨੀ ਜੇ ਕਾਮ ਰਤ ਭੋਗ ਅਭਿਲਾਖਾ ਉਰ, ਹੇਰ ਕਰ ਧਾਮ ਦਰ ਚਾਮਲੀ ਅਪਾਰ ਹੀ। ਜਿਸ ਵੇਲੇ ਗੁਰੂ ਸਾਹਿਬ ਅੱਗੇ ਵਧੇ, ਕਹਿੰਦੇ ਉਹਨਾਂ ਚੋਂ ਇੱਕ ਚਲਾਕ ਔਰਤ ਨੇ ਦਰਵਾਜ਼ਾ ਲਾ ਲਿਆ, ਕੁੰਡੀ ਮਾਰ ਲਈ ਮੁੱਖ ਦਰਵਾਜ਼ੇ ਦੀ। ਇਸ਼ਾਰਾ ਕੀਤਾ ਵੀ ਇਹ ਹੁਣ ਪਰਦੇਸੀ ਇਸ ਜਾਲ ਵਿੱਚ ਫਸ ਚੁੱਕੇ ਨੇ, ਸੋਹਣੇ ਬਹੁਤ ਨੇ, ਅਸੀਂ ਆਪਣੇ ਮਨ ਦੀ ਭੁੱਖ ਲਾਵਾਂਗੇ, ਕਿਉਂਕਿ ਵਿਕਾਰੀ ਨੇ, ਪਾਪਣਾ ਨੇ, ਪਾਪ ਫੁਰਿਆ। ਭਾਈ ਬਾਲਾ ਜੀ ਵੇਖ ਰਹੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਸਾਵਧਾਨ ਖੜੇ, ਇੰਨੇ ਸਾਵਧਾਨ ਤੇ ਮਹਾਰਾਜ ਕਦੇ ਹੋਏ ਨਹੀਂ। ਬਾਜ ਵਾਂਗ ਨਜ਼ਰ ਸੀ ਚਾਰੇ ਪਾਸੇ, ਕਿਸ ਨੂੰ ਨੇੜੇ ਨਹੀਂ ਆਉਣ ਦਿੱਤਾ। ਹੌਲੀ ਹੌਲੀ ਕਦਮ ਅੱਗੇ ਚੱਲੇ। ਪੁੱਛਦੀਆਂ ਨੇ ਕਿੱਥੋਂ ਆਏ ਹੋ, ਗੁਰੂ ਸਾਹਿਬ ਨਹੀਂ ਬੋਲੇ। ਫਿਰ ਦੂਜੀ ਔਰਤ ਅੱਗੇ ਪੁੱਛਦੀ ਹੈ ਇੱਥੇ ਕੀ ਕਰਨ ਆਏ ਹੋ। ਉਹ ਪੁੱਛਦੀਆਂ ਵੀ ਤੁਸੀਂ ਇੱਥੇ ਕਿਵੇਂ ਆ ਗਏ, ਕੌਣ ਕਿਹਨੂੰ ਜਾਣਦੇ ਹੋ, ਇੱਥੇ ਕਿੱਥੋਂ ਆਏ ਹੋ। ਕਹਿੰਦੇ ਸੱਚੇ ਪਾਤਸ਼ਾਹ ਨੇ ਕੋਈ ਜਵਾਬ ਨਾ ਦਿੱਤਾ। ਇੱਕ ਗੱਲਾਂ ਵਿੱਚ ਲਾਉਂਦੀ ਹੈ, ਇੱਕ ਸਤਿਗੁਰਾਂ ਦੀ ਪਿੱਠ ਪਿੱਛੋਂ ਆਈ ਹੈ ਵੀ ਤੂੰ ਗੱਲਾਂ ਵਿੱਚ ਲਾ ਤੇ ਮੈਂ ਪਿੱਛੋਂ ਧਾਗਾ ਪਾਵਾਂ। ਇਹੀ ਤੇ ਭਾਈ ਮਰਦਾਨੇ ਨਾਲ ਹੋਇਆ ਸੀ। ਉਹ ਇਹਨਾਂ ਦੀ ਚਾਲ ਵਿੱਚ ਫਸ ਚੁੱਕੇ ਹੈ। ਪਰ ਗੁਰੂ ਬਾਬਾ ਜੀ ਕਹਿੰਦੇ ਉਹਨਾਂ ਵੱਲ ਵੇਖ ਰਹੇ ਆ, ਚਾਰੇ ਦਿਸ਼ਾ ਘੁੰਮ ਰਹੇ ਨੇ। ਹੁਤੀ ਚਾਰ ਬੈਠੀ ਤਹਾਂ, ਦੋਏ ਉਠ ਦੌਰ ਆਈ, ਤੰਤ ਲਿਏ ਹਾਥ ਮੰਤ ਮੁਖ ਤੇ ਉਚਾਰਹੀ। ਚਾਰ ਔਰਤਾਂ ਵਿੱਚੋਂ ਦੋ ਗੁਰੂ ਨਾਨਕ ਸਾਹਿਬ ਜੀ ਦੇ ਆਲੇ ਦੁਆਲੇ ਹੋ ਗਈਆਂ। ਭਾਈ ਬਾਲਾ ਜੀ ਕਹਿੰਦੇ ਮੈਂ ਇੱਕਦਮ ਖੜਾ ਡਰੀ ਜਾਵਾਂ ਵੀ ਮਨਾ ਮੇਰਿਆ, ਜਿਨ੍ਹਾਂ ਨੇ ਸਾਡਾ ਬਾਬਾ ਘੇਰ ਲਿਆ ਤੇ ਆਪਾਂ ਕੀ ਆ, ਵੀ ਜਿਹੜੇ ਰੱਬ ਨੂੰ ਘੇਰੀ ਫਿਰਦੀਆਂ ਨੇ, ਦਰਵਾਜ਼ੇ ਲੱਗ ਚੁੱਕੇ ਆ, ਅਸੀਂ ਕਿਹੜੇ ਟਰੈਪ 'ਚ ਆ ਗਏ ਆ। ਕਹਿੰਦੇ ਮੈਂ ਮਰਜ ਵੱਲ ਵੇਖਿਆ ਤੇ ਗੁਰੂ ਸਾਹਿਬ ਇੱਕ ਵਾਰ ਮੁਸਕਰਾਏ, ਕਹਿੰਦੀ ਦੋ ਔਰਤਾਂ ਮੇਰੀ ਦਿਸ਼ਾ ਆ ਗਈਆਂ। ਮੈਂ ਕਿਹਾ ਬਾਬਾ ਜੀ, ਮਾਨੀ ਮਨ ਸੋਚਦਾ ਵੀ ਚੰਗਾ ਭਾਈ ਮਰਦਾਨੇ ਨੂੰ ਛਡਾਉਣ ਆਇਆ, ਜੇ ਸਾਨੂੰ ਬੰਨ ਲਿਆ ਫਿਰ ਸਾਡਾ ਕੌਣ, ਆਖੋ ਸਤਨਾਮ। ਕਹਿੰਦੇ ਮੈਨੂੰ ਭਾਈ ਮਰਦਾਨੇ ਦੇ ਗੁੱਸਾ ਆਵੇ ਵੀ ਆਪ ਤੇ ਤੂੰ ਫਸਿਆ ਹੋਇਆ ਤੇ ਸਾਨੂੰ ਫਸਾਉਣ ਲੱਗਾ ਹੋਇਆ। ਪਰ ਭਾਈ ਮਰਦਾਨਾ ਉੱਥੋਂ ਰੱਸੀ ਤੜਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਗੁਰੂ ਬਾਬਾ ਜੀ ਤੁਹਾਡੇ ਆਲੇ ਦੁਆਲੇ ਨੇ, ਪਰ ਉਹ ਤੇ ਪਰਮਾਤਮਾ ਹੈ, ਉਹ ਪਰਮੇਸ਼ਵਰ ਹੈ, ਉਹਦਾ ਕੋਈ ਕੀ ਵਿਗਾੜ ਸਕਦਾ ਹੈ। ਭਾਈ ਬਾਲਾ ਜੀ ਕਹਿੰਦੇ ਮੈਂ ਪੁੱਠੇ ਕਦਮ ਪਿੱਛੇ ਹੋਇਆ, ਭਾਈ ਮਰਦਾਨਾ ਜੀ ਵੱਲ ਪਿੱਠ ਕਰਕੇ ਉਹ ਦੋ ਔਰਤਾਂ ਮੇਰੇ ਗਲ ਤਾਗਾ ਪਾਉਣ ਦੀਆਂ ਕਈ ਵਾਰ ਕੋਸ਼ਿਸ਼ਾਂ ਕਰਦੀਆਂ ਰਹੀਆਂ। ਲੋਚਨ ਨਚਾਏ ਹਾਵ ਭਾਵ ਦਿਖਰਾਏ ਕਰ, ਮੁਖ ਮੁਸਕਾਏ ਔਰ ਹਰਖ ਸੁਤਾਰਹੀ। ਆਖਰਕਾਰ ਉਹਨਾਂ ਨੇ ਆਪਣੇ ਤਾਗੇ ਵਾਲੇ ਹੱਥ ਪਿੱਛੇ ਕੀਤੇ। ਕਹਿੰਦੇ ਇੱਕ ਇੱਕ ਔਰਤ ਆਪਣੇ ਮਾਇਆਵੀ ਜਾਲ ਗੁਰੂ ਸਾਹਿਬ ਤੇ ਮੇਰੇ ਤੇ ਪਾ ਰਹੀ ਹੈ, ਹੱਸਦੀਆਂ ਨੇ, ਮੁਸਕਰਾਉਂਦੀਆਂ ਨੇ, ਅੱਖਾਂ ਦੇ ਇਸ਼ਾਰੇ ਕਰਦੀਆਂ ਨੇ ਤਾਂ ਜੋ ਗੁਰੂ ਸਾਹਿਬ ਜਾਂ ਭਾਈ ਬਾਲੇ ਦਾ ਧਿਆਨ ਉਧਰ ਜਾਵੇ ਤੇ ਇੱਕ ਔਰਤ ਮੌਕਾ ਸਾਂਭੇ, ਕਿਉਂਕਿ ਇਹ ਤੰਤਰ ਵਿਦਿਆ ਪਿੱਠ ਤੇ ਵਾਰ ਕਰਦੀ ਹੈ, ਸਾਹਮਣੇ ਨਹੀਂ ਕਰਦੀ। ਜੇ ਕੋਈ ਭਗਤੀ ਵਾਲੇ ਦੀ ਅੱਖ ਵਿੱਚ ਅੱਖ ਪਾ ਲੇ ਨਾ ਸਾਹਮਣੇ, ਤਾਂਤਰਿਕ ਉਲਟਾ ਹੋ ਜਾਂਦਾ ਹੈ, ਪੱਲੇ ਕੱਖ ਨਹੀਂ ਹੁੰਦਾ। ਹੁਣ ਭਾਈ ਮਰਦਾਨਾ ਬੰਦਗੀ ਵਾਲਾ ਸਾਹਮਣੇ ਆ ਕੇ ਪਾ ਕੇ ਵੇਖਦੀ, ਪਤਾ ਲੱਗਦਾ ਨਾ ਚੰਗਿਆੜੇ ਕਿੱਦਾਂ ਨਿਕਲਦੇ ਫਿਰ, ਕਿਉਂਕਿ ਉਹ ਭਗਤੀ ਵਾਲੀ ਰੂਹ ਸੀ। ਪਰ ਪਿੱਠ ਉੱਤੇ ਵਾਰ ਜਦ ਵੀ ਕਿਸੇ ਨੇ ਕੀਤਾ, ਉਹ ਵੱਡੇ ਵੱਡੇ ਸਾਧੂ ਤੇ ਵੱਡੇ ਵੱਡੇ ਯੋਧੇ ਦੁਨੀਆ ਛੱਡ ਗਏ। ਪਿੱਠ ਤੇ ਵਾਰ ਹੋਇਆ ਜਦੋਂ। ਹੁਣ ਭਾਈ ਮਰਦਾਨੇ ਦੇ ਜੇ ਗਲ ਪਾਇਆ, ਪਿੱਛੋਂ ਆ ਕੇ ਪਾਇਆ ਉਹਨੇ, ਸਾਹਮਣੇ ਆ ਕੇ ਪਾ ਕੇ ਵੇਖਦੇ।
ਉਹ ਸਿੱਖ ਗੁਰੂ ਸਾਹਿਬ ਨੂੰ ਚੇਤੇ ਕਰਦਾ ਕੁਝ ਤੇ ਹੁੰਦਾ ਵੀ ਇਹਦਾ ਜਿਹਦਾ ਸੱਜਣ ਐਡਾ ਡਾਢਾ ਉਹਦਾ ਕੀ ਕੋਈ ਵਿਗਾੜ ਸਕਦਾ ਹੈ। ਭਾਈ ਬਾਲਾ ਜੀ ਕਹਿੰਦੇ ਜਦੋਂ ਇੱਕ ਔਰਤ ਨੇ ਫੇਰ ਕੋਸ਼ਿਸ਼ ਕੀਤੀ, ਮੈਂ ਧੱਕਾ ਮਾਰ ਕੇ ਪਾਸੇ ਕੀਤਾ, ਮੇਰੇ ਪਾਸ ਆਈ ਨਾ। मेरे घर तंत जब डारन लगी है एक, पई तत्काल मीठी कुलटा कुनार ही। ਆਖਰਕਾਰ ਕਹਿੰਦੇ ਇੱਕ ਔਰਤ ਨੇ ਭੱਜ ਕੇ ਝਪਟ ਮਾਰ ਮੇਰੇ ਤੇ ਛਾਲ ਮਾਰੀ ਪਿੱਛੋਂ ਭਾਈ ਬਾਲਾ ਜੀ ਤੇ। ਕਹਿੰਦੇ ਜਦ ਮੇਰੇ ਗਲ ਦੇ ਕੋਲੇ ਆ ਕੇ ਉਹਨੇ ਬਾਹਾਂ ਪਾਈਆਂ ਪਾਉਣ ਵਾਸਤੇ, ਕਿਉਂਕਿ ਉਹਨੇ ਪਿੱਛੋਂ ਛਾਲ ਮਾਰੀ ਜਿਵੇਂ ਆਪਾਂ ਕਿਸੇ ਨੂੰ ਸੁੱਟ ਲਈਏ ਜਾ ਕੇ। ਕਹਿੰਦੀ ਉਹ ਧਾਗਾ ਜਦੋਂ ਬੰਨਣ ਲੱਗੀ ਨਾ, ਮੈਂ ਡਿੱਗਣ ਲੱਗਿਆ ਧਰਤੀ ਤੇ, ਮੇਰੀ ਰਸਨਾ ਤੋਂ ਨਿਕਲਿਆ ਧੰਨ ਗੁਰੂ ਨਾਨਕ। ਕਹਿੰਦੇ ਧਾਗਾ ਮੇਰੇ ਗਲ ਪੈਣਾ ਸੀ, ਹੱਥ ਉਹਦਾ ਉਹਦੇ ਗਲ ਪੈ ਗਿਆ। ਫਿਰ ਕੀ ਹੋਇਆ, ਜਿੱਥੇ ਭਾਈ ਮਰਦਾਨਾ ਭੇਡੂ ਬਣ ਕੇ ਖੜਿਆ ਹੈ, ਕਹਿੰਦੇ ਭੇਡ ਬਣ ਕੇ ਧਰਤੀ ਤੇ ਫਿਰਦੀ, ਆਖੋ ਸਤਨਾਮ। ਆਈ ਸੀ ਬਣਾਉਣ ਮੈਨੂੰ, ਬਣ ਆਪ ਗਈ। ਇੱਕਦਮ ਮੈਂ ਉੱਠਿਆ, ਸਾਵਧਾਨ ਹੋਇਆ, ਪਰ ਭੇਡ ਬਣਾਉਣ ਵਾਲੀ, ਭੇਡੂ ਬਣਾਉਣ ਵਾਲੀ ਆਪਣੇ ਮੰਤਰ ਦਾ ਸ਼ਿਕਾਰ ਖੁਦ ਬਾ ਖੁਦ ਹੋ ਗਈ। सवैया दूसरी दौड़ गई, दिछ श्री गुरु सो उकसी तंत पावन हेतु। ਜਿਸ ਵੇਲੇ ਦੂਜੀ ਔਰਤ ਨੇ ਵੇਖਿਆ ਵੀ ਇੱਕ ਦਾ ਤੇ ਪਤਾ ਨਹੀਂ ਕੀ ਬਣ ਗਿਆ, ਵੀ ਆਹ ਜਿਹੜਾ ਪਰਦੇਸੀ ਤੁਰਿਆ ਫਿਰਦਾ ਹੈ ਵੀ ਕੋਈ ਕਰਾਮਾਤੀ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗਲ ਵਿੱਚ ਪਾਉਣ ਵਾਸਤੇ ਧਾਗਾ ਪਿੱਠ ਪਿੱਛੋਂ ਆਈ, ਕਿਉਂਕਿ ਇੱਕ ਸਾਹਮਣੇ ਖੜਦੀ ਆ, ਦੂਜੀ ਪਿੱਛੋਂ ਬਾਹਰ ਕਰਦੀ, ਜਿਵੇਂ ਠੱਗ ਨਹੀਂ ਕਰਦੇ ਹੁੰਦੇ, ਇੱਕ ਗੱਲੀ ਲਾਉਂਦਾ, ਦੂਜਾ ਪਰਸ ਕੱਢ ਲੈਂਦਾ ਪਿੱਛੋਂ ਆ ਕੇ। ਉਹ ਤਕਨੀਕ ਵਰਤਦੀਆਂ ਹਰ ਇੱਕ ਬੰਦੇ ਨਾਲ। ਪਰ ਪਹਿਲੀ ਵਾਰ ਹੋਇਆ, ਉਹਨਾਂ ਨੂੰ ਇੰਨੇ ਚੰਟ, ਇੰਨੇ ਸਾਵਧਾਨ ਫਕੀਰ ਮਿਲ ਗਏ, ਪਰ ਉਹਨਾਂ ਨੂੰ ਇੰਨਾ ਵਿਸ਼ਵਾਸ ਸੀ ਵੀ ਬਚਦੇ ਵੀ ਨਹੀਂ, ਇਹ ਕਿੱਥੇ ਜਾਣਗੇ ਸਾਡੇ ਕੋਲ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਤੇ ਛਾਲ ਮਾਰੀ, ਕਿਉਂਕਿ ਉਹ ਛਾਲ ਦੁਆਰਾ ਹੀ ਸਤਿਗੁਰਾਂ ਦੇ ਗਲ ਧਾਗਾ ਪਾ ਸਕਦੀਆਂ ਪਿੱਛੋਂ। ਕੱਦ ਕਾਟ ਉੱਚਾ ਹੈ ਗੁਰੂ ਸਾਹਿਬ ਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਕਦਮ ਮੁੜਿਆ, ਨਜ਼ਰ ਭਰ ਕੇ ਸਤਿਗੁਰਾਂ ਨੇ ਤੱਕਿਆ ਏ। होए गई शर्मा तन तूरन, पूरन की अवज्ञा दुख देतु। ਭਾਈ ਬਾਲਾ ਜੀ ਕਹਿੰਦੇ ਮੈਂ ਆਪਣੇ ਅੱਖੀ ਵੇਖਿਆ ਗੁਰੂ ਨਾਨਕ ਸਾਹਿਬ ਦੀ ਅਵਗਿਆ ਕਰਨ ਆਈ ਸੀ, ਨਰਾਦਰ ਕਰਨ ਆਈ ਸੀ, ਧਾਗਾ ਤੇ ਪਿਆ ਨਾ। ਜਦੋਂ ਨਜ਼ਰ ਭਰ ਗੁਰੂ ਸਾਹਿਬ ਨੇ ਵੇਖਿਆ, ਕੁੱਤੀ ਬਣ ਧਰਤੀ ਤੇ ਫਿਰਦੀ, ਆਖੋ ਸਤਨਾਮ। ਇੱਕ ਪਲ ਵਿੱਚ ਹੀ ਦੇਹ ਬਦਲ ਗਈ। ਕੁੱਤੇ ਕੁੱਤੀਆਂ ਤੇ ਵਫਾਦਾਰ ਹੁੰਦੇ ਆ, ਪਰ ਕਈ ਨਹੀਂ ਹੁੰਦੇ। ਜਿਸ ਮਾਲਕ ਨੇ ਰੱਖਿਆ ਉਸੇ ਨੂੰ ਵੱਢ ਲੈਂਦੇ ਆ। ਕਹਿੰਦੇ ਉਸ ਰੱਬ ਦਾ ਨਰਾਦਰ ਕਰਦੇ ਆ, ਇੱਕ ਭੇਡ ਬਣ ਗਈ, ਇੱਕ ਕੁੱਤੀ ਬਣ ਗਈ। ਫਿਰ ਰਹੀਆਂ ਨੇ ਵਿਹੜੇ ਵਿੱਚ ਪੂਛਾਂ ਮਾਰਦੀਆਂ, ਦੁਖੀ ਨੇ, ਪਰੇਸ਼ਾਨ ਨੇ। ਸੁਰਤ ਇਹਨਾਂ ਦੀ ਵੀ ਜਾਗਦੀ ਹੈ ਵੀ ਇਹ ਕੌਣ ਨੇ ਜਿਨ੍ਹਾਂ ਨੇ ਸਾਨੂੰ ਇਹੋ ਜਿਹਾ ਬਣਾਤਾ, ਹੁਣ ਸਾਨੂੰ ਛਡਾਊਗਾ ਕੌਣ। ਐਨੇ ਨੂੰ ਗੁਰੂ ਸਾਹਿਬ ਨੇ ਮੈਨੂੰ ਇਸ਼ਾਰਾ ਕੀਤਾ, ਮਰਦਾਨੇ ਨੂੰ ਜਾ ਛਡਾ ਕੇ ਆ ਵਾਲਿਆ। ਕਿੱਡਾ ਵੱਡਾ ਰਿਸਕ ਹੋਣਾ ਜੀ, ਕਿੱਡਾ ਵੱਡਾ ਖਤਰਾ ਹੋਣਾ। ਕਹਿ ਦੇਣਾ ਬੜਾ ਸੌਖਾ ਹੈ, ਉਹਨੂੰ ਭੇਡ ਬਣਾਇਆ, ਮਰਦ ਨੇ ਛੁਡਾ ਲਿਆ। ਉਹ ਰੱਬ ਆਪਣੇ ਪਿਆਰਿਆਂ ਨੂੰ ਬਚਾਉਣ ਵਾਸਤੇ ਉਹਨਾਂ ਖਤਰਿਆਂ ਵਿੱਚ ਆਪ ਜਾਂਦਾ ਹੈ, ਆਪ ਚਲੇ ਜਾਂਦੇ ਆ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵਾਲਿਆ ਪਰਵਾਹ ਨਾ ਕਰ ਇਹਨਾਂ ਦੀ। ਕਹਿੰਦੇ ਦੋ ਡਰ ਗਈਆਂ, ਜਿਹੜੀਆਂ ਸਾਹਮਣੇ ਹਾਸੇ ਜੇ ਪਾਉਂਦੀਆਂ ਸੀ ਨਾ, ਇਸ਼ਾਰੇ ਕਰਦੀਆਂ ਸੀ, ਗੁੰਮਸਮ ਹੋ ਗਈਆਂ, ਸਮਝ ਹੀ ਨਹੀਂ ਆਉਂਦਾ ਵੀ ਰੋਈਏ ਕਿ ਹੱਸੀਏ। ਡਰ ਗਈਆਂ, ਇੱਕਦਮ ਡਰੀਆਂ ਹੋਈਆਂ। ਕੱਚੇ ਜੇ ਘਰ ਦੇ ਇੱਕ ਕਮਰੇ 'ਚ ਜਾ ਵੜੀਆਂ, ਅੰਦਰੋਂ ਲਾ ਲੀਆਂ ਕੁੰਡੀਆਂ ਵੀ ਜੇ ਧਾਗੇ ਸਾਡੇ ਗਲ ਪਾਤੇ ਤੇ ਸਾਨੂੰ ਕੌਣ ਛਡਾਏਗਾ। ਸਾਡੀਆਂ ਤੇ ਸਹੇਲੀਆਂ ਉਹ ਤੁਰੀਆਂ ਫਿਰਦੀਆਂ ਨੇ, ਇੱਕ ਭੇਡ ਬਣੀ ਫਿਰਦੀ ਐ, 16 ਸ਼ਿੰਗਾਰ ਕੀਤੇ, ਹੁਣ ਮੂੰਹ ਸਿਰ ਕਾਲੇ ਜੋ ਵੱਡੀਆਂ ਵੱਡੀਆਂ ਨਾਸਾਂ ਬਣ ਗਿਆ ਨਾ। ਉਹ ਜਿਹਾ ਕੁਛ ਕੋਈ ਪਤਾ ਨਹੀਂ ਕਿਹਨੇ ਕਦੋਂ ਕੀ ਬਣ ਜਾਣਾ। ਇੱਥੇ ਲੋਕ ਬੜੇ ਸੋਹਣੇ ਬਣੇ ਫਿਰਦੇ, ਬੜਾ ਕੁਝ ਲਾ ਕੇ ਛੇੜ ਕੇ ਤੇ ਵੇਖੋ, ਗੱਲ ਕਰਕੇ ਤੇ ਵੇਖੋ। ਬਿਰਤੀ ਡੰਗਰਾਂ ਵਾਲੀ, ਜਾਨਵਰਾਂ ਵਾਲੀ। ਜਾਨਵਰਾਂ ਤੋਂ ਵੱਡੀ ਗੱਲ ਕੋਈ ਨਹੀਂ। ਸੋਚ ਹੀ ਉਹਨਾਂ ਦੀ ਉੱਥੇ ਖੜੀ ਹੈ। ਅੱਗੇ ਵਧਣਾ ਹੀ ਕਦੇ ਨਹੀਂ, ਕਿਸੇ ਦਾ ਭਲਾ ਮੰਗਣਾ ਹੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਹੋਏ, ਭਾਈ ਮਰਦਾਨਾ ਜੀ ਦੇ ਨੇੜੇ ਆਏ। ਕਹਿੰਦੇ ਮੈਂ ਕੋਲ ਆਇਆ, ਬੈਠਿਆ। ਮੈਂ ਕਿਹਾ ਮਰਦਾਨਿਆ ਫਿਰ ਕਿਵੇਂ ਆ? ਕਹਿੰਦੇ ਅੱਖਾਂ 'ਚ ਹੰਝੂ ਸੀ, ਬਹੁਤ ਦੁਖੀ ਸੀ। ਜਿਹਨੇ ਭੁਗਤਿਆ, ਜਿਹਦੇ ਤੇ ਬੀਤੀ ਹੈ, ਬਸ ਉਹੀ ਜਾਣਦਾ ਏ। और हुती डर धार हृदय पिख, ਭਾਜ ਬਰੀ ਤਤਕਾਲ ਨਕੇਤੂ। ਹੁਣ ਇਹ ਘਰ ਖਾਲੀ ਹੋ ਗਿਆ ਜੀ, ਜਿੱਥੇ ਖੜਕਾ ਦੜਕਾ ਹੋਇਆ, ਸ਼ੋਰ ਸ਼ਰਾਬਾ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁੱਖ ਦਰਵਾਜ਼ਾ ਖੋਲ੍ਹਤਾ, ਖੁੱਲ੍ਹਾ। ਪਰ ਬਾਹਰ ਜਿਹੜੀਆਂ ਔਰਤਾਂ ਨੇ ਇਹ ਸੁਣਿਆ, ਵੇਖਿਆ ਵੀ ਘਰ 'ਚ ਸ਼ਾਂਤੀ ਹੋ ਗਈ। ਇਹ ਤੇ ਫਕੀਰ ਫੇਰ ਖੜੇ ਆ। ਸਮਝ ਆ ਗਈ ਉਹਨਾਂ ਨੂੰ।
ਵੀ ਇਹਨਾਂ ਨੇ ਮੰਤਰ ਪੁੱਠਾ ਚਲਾਤਾ, ਆਖੋ ਸਤਨਾਮ। ਬਸ ਫਿਰ ਤੇ ਗਲੀ 'ਚ ਰੌਲਾ ਪੈ ਗਿਆ, ਫਿਰ ਖੜਦਾ ਹੈ। ਮਾਫ ਕਰਿਓ, ਬੀਬੀਆਂ ਦਾ ਸਿਰਫ ਰੌਲਾ ਹੀ ਹੁੰਦਾ ਹੈ। ਮਾੜੀ ਜੀ ਕਿਤੇ ਡਾਂਗ ਚੱਲ ਗਈ ਫੇਰ ਨਹੀਂ ਲੱਭਦੀਆਂ, ਫਿਰ ਤੇ ਇੱਕ ਦੂਜੇ ਨੂੰ ਧੱਕੇ ਆਪ ਹੀ ਮਾਰਦੀਆਂ। ਭੈਣੇ ਬਚ ਜਾ, ਮੇਰੇ ਲੱਗੀ ਗਰਦਨ ਤੇ ਤੂੰ ਨਾ ਖਾ ਲਈ। ਫਿਰ ਨਹੀਂ ਕੋਈ ਖੜਦਾ ਹੁੰਦਾ। ਕਹਿੰਦੇ ਗਲੀ ਖਾਲੀ ਹੋ ਗਈ, ਬਾਜ਼ਾਰ ਖਾਲੀ ਹੋ ਗਿਆ। ਗੁਰੂ ਸਾਹਿਬ ਨੇ ਬਾਹਰ ਨਿਕਲ ਕੇ ਵੇਖਿਆ, ਕਹਿੰਦੇ ਦੂਰ ਦੂਰ ਤੱਕ ਦਿਸਦਾ ਹੀ ਕੋਈ ਨਹੀਂ, ਸੁੰਨਸਾਨ। ਭਾਈ ਬਾਲਾ ਜੀ ਕਹਿੰਦੇ ਮੈਂ ਮਰਦਾਨਾ ਜੀ ਦੇ ਕੋਲੇ ਆਇਆ, ਮੈਨੂੰ ਬੜਾ ਦੁੱਖ ਲੱਗਿਆ। ਉਹ ਸੱਜਣਾ ਜੇ ਗੁਰੂ ਦੀ ਮੰਨੀ ਹੁੰਦੀ, ਅੱਜ ਇਹ ਹਾਲ ਤੇਰੇ ਹੁੰਦੇ ਨਾ। ਮੇਖ ਕੇ ਸੰਗ ਬਧਿਓ ਫੁਰਕੈ ਬਹੋ, ਸ਼੍ਰੀ ਗੁਰੂ ਕੋ ਨਿਜ ਦੇਵਨ ਭੇਤੂ। ਆਖਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ਼ਾਰਾ ਕੀਤਾ, ਬਾਲਿਆ ਖੋਲ ਇਹਨੂੰ। ਕਹਿੰਦੇ ਮੈਂ ਸਤ ਕਰਤਾਰ ਕਹਿ ਕੇ ਭਾਈ ਮਰਦਾਨੇ ਦੇ ਗਲ ਦਾ ਤਾਗਾ ਤੋੜਤਾ, ਆਖੋ ਸਤਨਾਮ। ਉਹੀ ਕਰਾਮਾਤ ਸੀ, ਉਸੇ ਤਾਗੇ ਦਾ ਅਸਰ ਸੀ। ਅੱਜ ਵੀ ਬਹੁਤ ਕੁਝ ਹੈ ਜੀ ਦੁਨੀਆ ਤੇ, ਪਰ ਗੁਰੂ ਕੇ ਸਿੱਖ ਉਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ। ਸਿੱਖ ਸਿੱਖ ਹੋਵੇ, ਸਾਡੇ ਵਰਗਾ ਦੇਸੀ ਬੰਦਾ ਨਾ ਹੋਵੇ, ਜਿਹੜਾ ਬੰਦਗੀ ਵਾਲਾ ਨਾ, ਦੁਨੀਆ ਦਾ ਮੰਤਰ ਤੰਤਰ ਜੰਤਰ ਉਹਦਾ ਕੁਛ ਨਹੀਂ ਵਿਗਾੜ ਸਕਦਾ, ਜਿਹਦੇ ਪੱਲੇ ਮੂਲ ਮੰਤਰ ਦੀ ਵਿਦਿਆ ਏ। ਤੇ ਜੇ ਭਰੋਸਾ ਨਹੀਂ, ਜਿੰਨਾ ਮਰਜ਼ੀ ਪੜ੍ਹੀ ਜਾਓ, ਕੁਛ ਵੀ ਨਹੀਂ ਹੋਣਾ। ਆ ਬੜੀ ਦੁਨੀਆ ਜੀ, ਕੋਈ ਕਹਿੰਦਾ ਮੈਂ 500 ਵਾਰੀ ਕਰਦਾ, ਮੈਂ 108 ਵਾਰੀ ਕਰਦਾ, ਹੁੰਦਾ ਕੱਖ ਨਹੀਂ। ਪਰ ਹਾਂ, ਜਿਨ੍ਹਾਂ ਦੇ ਜੀਵਨ ਵਿੱਚ ਲੱਥ ਗਿਆ ਨਾ ਜਪ ਜਪ ਕੇ, ਤੇ ਮੈਂ ਕਹਿੰਦਾ ਉਹਨਾਂ ਦੀ ਅੱਖ 'ਚ ਅੱਖ ਪਾ ਕੇ ਵੇਖੇ ਤੇ ਸਹੀ। ਕੋਈ ਹੰਕਾਰ ਨਹੀਂ ਹੈ, ਬੰਦਗੀ ਵਾਲਿਆਂ ਦਾ ਕੋਈ ਕੱਖ ਨਹੀਂ ਵਿਗਾੜ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਿਹਦਾ ਸਾਹਿਬ ਡਾਢਾ ਹੋਵੇ, ਤੇ ਡਾਢੇ ਨੂੰ ਅਸੀਂ ਅਜੇ ਆਪਣਾ ਬਣਾਇਆ ਹੀ ਨਹੀਂ। ਗੁਰੂ ਨਾਨਕ ਸਾਹਿਬ ਦਾ ਸਿੱਖ ਹੋਵੇ ਤੇ ਦੁਨੀਆ ਤੇ ਕੋਈ ਭੂਤ ਪ੍ਰੇਤ ਉਹਦਾ ਕੁਝ ਵਿਗਾੜ ਸਕੇ, ਇਹ ਨਹੀਂ ਹੋ ਸਕਦਾ। ਜੇ ਹੋਇਆ ਹੋਊਗਾ ਤੇ ਫਿਰ ਉਹ ਮੇਰੇ ਵਰਗਾ ਸਿੱਖ ਹੋਣਾ ਤੇ ਪੱਕਾ ਨਹੀਂ ਹੋਣਾ। ਕਿਉਂਕਿ ਗੁਰੂ ਕੇ ਖਾਲਸੇ ਤੇ ਮੌਤ ਦੀ ਪਰਵਾਹ ਨਹੀਂ ਕਰਦੇ, ਜੱਗ ਦੀ ਪਰਵਾਹ ਨਹੀਂ ਕਰਦੇ। ਇਹ ਚੀਜ਼ਾਂ ਕੀ ਨੇ? ਜੰਤਰ ਮੰਤਰ ਤੰਤਰ ਕੀ ਚੀਜ਼ ਹੈ? ਕੱਖ ਵੀ ਨਹੀਂ ਹੈ। ਪਰ ਹਾਂ, ਦੁਨੀਆ ਵਾਸਤੇ ਬਹੁਤ ਕੁਛ ਹੈ ਇਹ, ਜਿਹਦਾ ਗੁਰੂ ਕੋਈ ਨਹੀਂ, ਜਿਹਦਾ ਪਿਆਰਾ ਕੋਈ ਨਹੀਂ। ਹੁਣ ਵੇਖੋ, ਭਾਈ ਮਰਦਾਨਾ ਗੁਰੂ ਵਾਲਾ ਸੀ। ਜੇ ਉਹਦੇ ਤੇ ਭੀੜ ਬਣ ਵੀ ਗਈ, ਅਗਲਾ ਕਹਿੰਦਾ ਲੈ ਗੁਰੂ ਵਾਲਿਆਂ ਤੇ ਦੁੱਖ ਆਇਆ ਸੀ ਦੁੱਖ, ਤੇ ਗੁਰੂ ਨੇ ਫਿਰ ਦੁੱਖ ਤੋੜਿਆ ਵੀ, ਆਖੋ ਸਤਨਾਮ। ਗੁਰੂ ਨੇ ਲਾਜ ਰੱਖੀ, ਆਪਣੇ ਦੀ ਛਡਾਇਆ ਵੀ ਹੈ। ਅੱਜ ਅਸੀਂ ਗੁਰੂ ਵਾਲੇ ਬਣੇ ਹੋਵਾਂਗੇ ਨਾ, ਸਾਡੇ ਤੇ ਭੀੜ ਆਊ, ਕੋਈ ਦੁੱਖ ਆਊ, ਸਾਨੂੰ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਾਉਣਗੇ, ਜੇ ਜੁੜੇ ਹੋਵਾਂਗੇ, ਜੇ ਆਪਣਾ ਗੁਰੂ ਨੂੰ ਮੰਨਿਆ ਹੋਊਗਾ। ਜੇ ਹੁਣ 20 ਨੂੰ ਅਰਦਾਸ ਕਰਨੀ ਹੈ, ਫਲਾਣੇ ਪੀਰ ਬਾਬੇ ਤੂੰ ਵੀ ਖੜ ਜਾ ਕਰ, ਫਲਾਣੇ ਗੁਰੂ ਜੀ ਫਲਾਣੇ ਪਿੰਡ ਵਾਲਿਆ ਤੂੰ ਵੀ ਸਾਡੀ ਸੁਣ ਲੈ, ਕਿਸੇ ਨੇ ਨਹੀਂ ਆਉਣਾ। ਫਿਰ ਸਾਰੇ ਕਹਿੰਦੇ ਉਹ ਗਿਆ ਹੋਣਾ, ਮੈਂ ਕੀ ਕਰਨ ਜਾਣਾ, ਉਹ ਗਿਆ ਹੋਣਾ, ਮੈਂ ਕੀ ਕਰਨ ਜਾਣਾ। ਇੱਕ ਦੇ ਬਣੀਏ, ਇੱਕ ਨੂੰ ਜਪੀਏ, ਇੱਕ ਨੂੰ ਸਿਮਰੀਏ, ਇੱਕ ਨੂੰ ਚੇਤੇ ਕਰੀਏ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਬੇਪਰਵਾਹ ਖੜੇ, ਸਤਿਗੁਰਾਂ ਨੂੰ ਕਾਹਦਾ ਡਰ ਹੈ? ਕਹਿੰਦੇ ਉਹ ਭਿਸਕਦੀਆਂ ਫਿਰਦੀਆਂ, ਤੜਫਦੀਆਂ ਫਿਰਦੀਆਂ ਨੇ, ਕਿਸੇ ਦਾ ਬੁਰਾ ਕੀਤਾ ਆਪਣਾ ਹੋਇਆ। ਇਸੇ ਕਰਕੇ ਬਾਣੀ ਕਹਿੰਦੀ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਜਿਹੜਾ ਬੰਦਾ ਸਦਾ ਮਨ ਵਿੱਚ ਕਿਸੇ ਦਾ ਬੁਰਾ ਸੋਚਦਾ ਹੈ, ਮਾਫ ਕਰਿਓ, ਉਸੇ ਬੁਰੇ ਵਿੱਚ ਉਹਨੂੰ ਆਪ ਲੰਘਣਾ ਪੈਂਦਾ। ਹੁੰਦਾ ਲੋਕਾਂ ਨਾਲ। ਤੁਸੀਂ ਕਿਸੇ ਦਾ ਬੁਰਾ ਸੋਚ ਕੇ ਵੇਖੋ, ਕਰਨ ਦੀ ਗੱਲ ਛੱਡੋ, ਜੋ ਜੋ ਕਿਸੇ ਲਈ ਸੋਚਿਆ ਹੋਊ ਉਹ ਤੁਹਾਡੇ ਨਾਲ ਹੋਣਾ ਹੀ ਹੋਣਾ ਹੈ। ਕਿਉਂਕਿ ਤੁਹਾਡੇ ਖਿਆਲਾਂ ਨੇ ਤੁਹਾਨੂੰ ਇੰਨਾ ਦੱਬ ਲੈਣਾ ਹੈ, ਇੱਕ ਦਿਨ ਉਹ ਖਿਆਲ ਤੁਹਾਡੇ ਤੇ ਪ੍ਰਤੱਖ ਹੋ ਕੇ ਵਰਤਦੇ ਨੇ। ਕਿਉਂਕਿ ਤੁਹਾਡੇ ਅੰਦਰ ਉਹ ਥਾਟ ਬਣ ਗਏ ਆ, ਵਿਚਾਰ ਬਣ ਗਏ ਆ, ਤੁਹਾਨੂੰ ਉਹ ਗੰਦਲੇ ਤੇ ਮਾੜੇ ਵਿਚਾਰਾਂ ਨੇ ਲੈ ਬੈਠਣਾ। ਭਾਈ ਮਰਦਾਨੇ ਦਾ ਖਹਿੜਾ ਛੁੱਟ ਗਿਆ। ਕਹਿੰਦੀ ਉੱਠਿਆ, ਅਜੇ ਵੀ ਭੁਲੇਖਾ ਪੈਂਦਾ ਹੈ ਵੀ ਸਰੀਰ ਮੇਰਾ ਕਿਤੇ ਭੇਡਾਂ ਵਾਲਾ ਹੈ। ਕਬਿਤ ਬੋਲੇ ਤਬ ਨਾਨਕ ਜੀ, ਜਾਹੋ ਅਬ ਬਾਲਾ ਤੁਮ ਕੰਠ ਮਰਦਾਨੇ ਕੇ ਤੇ ਤੋਰ ਡਾਰ ਬੰਧਨਾ। ਜਿਸ ਵੇਲੇ ਭਾਈ ਮਰਦਾਨੇ ਦੇ ਗਲ ਦਾ ਧਾਗਾ ਤੋੜਿਆ, ਮਰਦਾਨਾ ਜੀ ਉੱਠ ਕੇ ਬੈਠੇ, ਪਰ ਗਲ ਵਿੱਚ ਰੱਸੀ ਤੇ ਅਜੇ ਵੀ ਬੰਨੀ ਹੋਈ ਹੈ। ਕਹਿੰਦੇ ਉਹ ਗੰਢਾਂ ਬੜੀਆਂ ਔਖੀਆਂ ਬੰਨੀਆਂ ਸੀ, ਉਹਨਾਂ ਗੰਢਾਂ ਤੇ ਵੀ ਮੰਤਰ ਸੀ। ਭਾਈ ਬਾਲਾ ਜੀ ਕਹਿੰਦੇ ਮੈਂ ਚੇਤੇ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਇੱਕ ਇੱਕ ਗੰਢ ਖੋਲੀ, ਰੱਸਾ ਖੋਲਿਆ। ਗੁਰੂ ਸਾਹਿਬ ਕਹਿੰਦੇ ਉੱਠੋ ਮਰਦਾਨੇ, ਇੱਥੇ ਕੀ ਕਰਦਾ? ਕਹਿੰਦੇ ਜਦੋਂ ਰੱਬ ਪਿਆਰੇ ਦੇ ਬਚਨ ਸੁਣੇ, ਸਰੀਰ ਵਿੱਚ ਇੱਕਦਮ ਸੱਤਿਆ ਆਈ। ਭੱਜ ਕੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ। ਆਖੋ ਸਤਨਾਮ। ਫੜ ਕੇ ਚਰਨ ਭੁੱਬਾ ਮਾਰ ਮਾਰ ਰੋਇਆ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਹੌਸਲਾ ਰੱਖ, ਕਿਉਂ ਰੋਣਾ?
ਕਿਉਂ ਦਿਲ ਛੱਡਿਆ ਹੋਇਆ ਹੈ? ਉਹ ਤੜਫੇ ਰੋਵੇ ਕਰਲਾਉਂਦਾ ਹੈ, ਪਾਤਸ਼ਾਹ ਜੋ ਮਰਜ਼ੀ ਸਜ਼ਾ ਦੇ ਦਿਓ, ਮੈਂ ਗੁਨਹਗਾਰ ਹਾਂ। आयस को पाए तात काल टिग जाए कर, कंठ जेऊ तंत सो कीनो है निकंदना। ਭਾਈ ਬਾਲਾ ਜੀ ਕਹਿੰਦੇ ਉਹ ਰੱਸੀ ਗਲ ਚੋਂ ਖੁੱਲੀ ਹੈ, ਇੱਕਦਮ ਸਰੀਰ ਵਿੱਚ ਚੇਤਨਾ ਆਈ। ਭਾਈ ਮਰਦਾਨਾ ਮੇਰੇ ਅੱਗੇ ਹੱਥ ਜੋੜ ਕੇ ਆਖੇ, ਬਾਲਿਆ ਮੈਨੂੰ ਬਖਸ਼ ਦੇ, ਮੈਨੂੰ ਮਾਫ ਕਰ ਦੇ। ਕਿਉਂਕਿ ਗੁਰੂ ਸਾਹਿਬ ਤੇ ਭਾਈ ਬਾਲਾ ਜੀ ਬਾਰ-ਬਾਰ ਕਹਿੰਦੇ ਸੀ, ਨਾ ਜਾਈ ਮਰਦਾਨਿਆ, ਨਾ ਜਾਈ। ਪਤਾ ਕੀ ਕਹਿੰਦਾ ਸੀ? ਬਾਬਾ ਆਪ ਤੁਹਾਨੂੰ ਭੁੱਖ ਨਹੀਂ ਲੱਗਦੀ, ਮੈਨੂੰ ਤੁਸੀਂ ਦਿੰਦੇ ਹੋ ਡਰਾਬੇ ਵੀ ਮਰਦਾਨਾ ਡਰਦਾ ਜਾਊਗਾ ਨਹੀਂ ਕਿਤੇ। ਕਹਿੰਦੇ ਮੈਂ ਹੱਸ ਕੇ ਆਖਿਆ, ਮਰਦਾਨਿਆ ਕਿਤੇ ਹੋਰ ਤੇ ਨਹੀਂ ਜਾਣਾ, ਕਿਸੇ ਹੋਰ ਬਾਜ਼ਾਰ 'ਚ ਭੁੱਖ? ਕਹਿੰਦਾ ਬਾਲਿਆ ਭੁੱਖ ਤੇ ਖਤਮ ਹੋ ਗਈ, ਆਖੋ ਸਤਨਾਮ। ਪਤਾ ਨਹੀਂ ਕਿਹੜੇ ਪੀਸਣ ਵਿੱਚ ਫਸ ਗਿਆ, ਮੈਨੂੰ ਅੱਜ ਗੁਰੂ ਸਾਹਿਬ ਨੇ ਬਚਾਇਆ। ਭਾਈ ਬਾਲਾ ਜੀ ਕਹਿੰਦੇ ਸ਼ੁਕਰਾਨਾ ਕਰ ਉਹਨਾਂ ਦਾ, ਮੈਂ ਤੇ ਰੋਕਿਆ ਸੀ ਮਹਾਰਾਜ ਰਹਿਣ ਦਿਓ, ਅਜੇ ਨਾ ਜਾਇਓ। ਕਹਿੰਦੇ ਨਹੀਂ, ਸਾਡਾ ਪਿਆਰਾ ਏ, ਸਾਡਾ ਰਵਾਬੀ ਹੈ, ਜੇ ਆਪਣੇ ਤੇ ਭੀੜ ਬਣੂ ਤੇ ਅਸੀਂ ਨਹੀਂ ਖੜਾਂਗੇ। ਫਿਰ ਭਾਈ ਮਰਦਾਨਾ ਮਰਦ ਦਾ ਸ਼ੁਕਰਾਨਾ ਕਰਦਾ, ਚਰਨ ਫੜ ਫੜ ਕੇ ਬਾਰ-ਬਾਰ ਮਾਫੀ ਮੰਗਦਾ ਏ। मानव की देह पई फेर मर्दाने हूँ की, आए गुर पूरन को किरण तब बंदना। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੌਸਲਾ ਦਿੱਤਾ, ਦਿਲਾਸਾ ਦਿੱਤਾ, ਸਿਰ ਤੇ ਰੱਖਿਆ ਹੱਥ ਤੇ ਮੰਤਰ ਦਾ ਅਸਰ ਹੋਇਆ ਖਤਮ। ਕਿਉਂਕਿ ਇਹ ਤੰਤਰ ਮੰਤਰ ਚੰਗੇ ਭਲੇ ਬੰਦੇ ਦੀ ਬੁੱਧੀ ਭ੍ਰਿਸ਼ਟ ਕਰ ਦਿੰਦੇ ਆ। ਭਾਈ ਮਰਦਾਨੇ ਨੂੰ ਆਪਣੇ ਜੀਵਨ ਦੀ ਹੋਸ਼ ਆਈ, ਮੈਂ ਕੌਣ ਆ, ਮੈਂ ਕਿਵੇਂ ਆ। ਗੁਰੂ ਸਾਹਿਬ ਕਹਿੰਦੇ ਮਰਦਾਨੇ ਆ ਉੱਠ ਚੱਲੀਏ। ਪਰ ਉਹਨੂੰ ਯਕੀਨ ਜਿਹਾ ਨਹੀਂ ਹੁੰਦਾ ਵੀ ਮੈਂ ਇਸ ਜਕੜਨ ਵਿੱਚੋਂ ਬਾਹਰ ਆ ਗਿਆ, ਕਿਉਂਕਿ ਅਚਨਚੇਤ ਉਹ ਕੁਝ ਹੋਇਆ ਜੋ ਸੋਚ ਵੀ ਸਕਦਾ ਨਹੀਂ ਸੀ। वड्डी जो बलाई तिन माहे लिए बेहरत, सुधो मन मेरो हो सो जाने छंद बंदना। ਗੁਰੂ ਸਾਹਿਬ ਹੱਸ ਕੇ ਕਹਿੰਦੇ ਮਰਦਾਨਿਆ ਫਿਰ ਚੱਲ, ਭੁੱਖ ਲੱਗੀ ਹੋਣੀ ਤੈਨੂੰ। ਕਹਿੰਦਾ ਨਾ ਬਾਬਾ, ਮੇਰਾ ਮਨ ਕਪਟੀ ਹੈ, ਮੇਰਾ ਮਨ ਛਲੀਆ ਹੈ, ਮੈਂ ਪੁੱਠਾ ਹਾਂ। ਬਾਬਾ ਤੇਰਾ ਉਪਦੇਸ਼ ਸਿੱਧਾ ਏ, ਪਰ ਮੈਨੂੰ ਸਮਝ ਨਹੀਂ ਆਉਂਦਾ, ਆਖੋ ਸਤਨਾਮ। ਅੱਜ ਮੈਨੂੰ ਇੱਥੋਂ ਲੈ ਚੱਲੋ। ਉਹ ਰੋਵੇ, ਫਿਰ ਉਹਨੂੰ ਕੰਧਾਂ ਤੋਂ ਵੀ ਡਰ ਲੱਗਦਾ, ਚਾਰ ਦੀਵਾਰੀਆਂ ਤੋਂ ਵੀ ਡਰ ਲੱਗਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੱਲ ਮਰਦਾਨਿਆ, ਤੈਨੂੰ ਕਰਤਾਰ ਨੇ ਰੱਖਿਆ, ਤੂੰ ਸਾਡਾ ਵਚਨ ਨਹੀਂ ਸੀ ਮੰਨਿਆ, ਪਰ ਕੋਈ ਨਹੀਂ ਪਿਆਰਿਆ, ਤੂੰ ਜੋ ਕੀਤਾ ਕੋਈ ਗੱਲ ਨਹੀਂ। ਅਸੀਂ ਕੱਲ ਵੀ ਤੇਰੇ ਸੀ, ਅੱਜ ਵੀ ਤੇਰੇ ਆ, ਸਦਾ ਤੇਰੇ ਆ, ਪਰ ਵਚਨ ਕਮਾਇਆ ਕਰ, ਵਚਨ ਮੰਨਿਆ ਕਰ। ਕਹਿੰਦਾ ਸਤ ਵਚਨ ਪਾਤਸ਼ਾਹ। ਹੁਣ ਭਾਈ ਮਰਦਾਨਾ ਭਾਈ ਬਾਲਾ ਜੀ ਦਾ ਸ਼ੁਕਰਾਨਾ ਕਰਦਾ, ਕਹਿੰਦਾ ਤੂੰ ਲੈ ਆਇਆ, ਤੂੰ ਬਚਾ ਲਿਆ ਮੈਨੂੰ। ਗੁਰੂ ਸਾਹਿਬ ਹੋ ਸਕਦਾ ਮੇਰੀ ਬੇਨਤੀ ਨਾ ਸੁਣਦੇ। ਭਾਈ ਬਾਲਾ ਜੀ ਕਹਿੰਦੇ ਨਹੀਂ, ਮੈਂ ਕੁਝ ਨਹੀਂ ਕੀਤਾ, ਮੈਂ ਤੇ ਸਗੋਂ ਕਿਹਾ ਸੀ ਮਰਦ ਰਹਿਣ ਦਿਓ। ਪਰ ਭਾਈ ਮਰਦਾਨਾ ਇਸ ਗੱਲ ਨੂੰ ਮੰਨਦਾ ਏ, ਉਹ ਬਾਰ-ਬਾਰ ਤਰਲੇ ਕਰਦਾ, ਅਰਦਾਸਾਂ ਕਰਦਾ, ਸ਼ੁਕਰਾਨਾ ਵੀ ਕਰਦਾ। ਕਹਿੰਦਾ ਮਹਾਰਾਜ ਇਹ ਬਹੁਤ ਵੱਡਾ ਗੁਨਾਹ ਮੈਥੋਂ ਹੋ ਗਿਆ ਸੀ, ਜੇ ਅੱਜ ਤੁਸੀਂ ਨਾ ਆਉਂਦੇ ਮੈਂ ਇਸ ਕੀਲੇ ਤੇ ਸੜ ਮਰ ਜਾਣਾ ਸੀ। ਇੰਨੇ ਬਚਨ ਗੁਰੂ ਸਾਹਿਬ ਕਰ ਰਹੇ ਨੇ, ਅੱਗੇ ਜੋ ਕੁਝ ਵੀ ਹੋਣਾ ਹੈ, ਕਿਉਂਕਿ ਇਸ ਕਾਮਰੂਪ ਦੇਸ਼ ਦੇ ਪ੍ਰਸੰਗ ਆਉਣ ਵਾਲੇ ਦਿਨਾਂ 'ਚ ਸਰਵਣ ਕਰਾਂਗੇ।